ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਯੂਪੀ ਕਾ ਔਰ ਫਤਿਹ। ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਤੁਹਾਡਾ ਅਸੀਂ ਸਿੱਖ ਚੈਨਲ ਦੇ ਇਸ ਸ਼ੋਅ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਜਿਵੇਂ ਕਿ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਨਵੇਂ ਗੈਸਟ ਮਿਲਾਈਏ ਤੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਜਿਹੜੇ ਗੈਸਟ ਹੈ ਉਹਦੇ ਨਾਲ ਤੁਹਾਡੀ ਮੁਲਾਕਾਤ ਕਰਾਈਏ ਤੇ ਕੁਝ ਜਾਣਕਾਰੀ ਜਿਹੜੀ ਆ ਉਹ ਅਸੀਂ ਜ਼ਰੂਰ ਹਾਸਲ ਕਰੀਏ। ਸੋ ਇਸ ਵੇਲੇ ਜੇ ਆਪਾਂ ਕੋਰੋਨਾ ਵਾਇਰਸ ਦੀ ਗੱਲ ਕਰੀਏ ਤੇ ਭਾਵੇਂ ਵਰਲਡ ਵਾਈਡ ਸਾਰੀ ਦੁਨੀਆ ਦੇ ਵਿੱਚ ਫਸਲਿਆ ਹੋਇਆ, ਪਰ ਡਾਕਟਰ ਜਿਹੜੇ ਨੇ ਜਾਂ ਰਿਸਰਚਰ ਜਿਹੜੇ ਨੇ, ਸਾਇੰਸਿਸਟ ਜਿਹੜੇ ਨੇ ਉਹ ਲੱਗੇ ਹੋਏ ਨੇ ਇਸ ਪਾਸੇ ਵੱਲ। ਕਿਤੋਂ ਕਈ ਵਾਰੀ ਖਬਰ ਮਿਲ ਵੀ ਜਾਂਦੀ ਆ ਵੀ ਕੋਈ ਵੈਕਸੀਨ ਜਿਹੜੀ ਆ ਤਿਆਰ ਹੋ ਗਈ ਆ, ਪਰ ਫਿਰ ਇਹ ਸੁਣਨ ਵਿੱਚ ਆ ਜਾਂਦੀ ਹੈ ਕਿ ਉਹਦੇ ਸਾਈਡ ਇਫੈਕਟ ਬੜੇ ਨੇ। ਤੇ ਕਿਤੇ ਫਿਰ ਆਪਾਂ ਨੂੰ ਇਹ ਵੀ ਸੁਣਨ ਦੇ ਵਿੱਚ ਮਿਲਦਾ ਕਿ ਜਿਹੜੀ ਪਲਾਜ਼ਮਾ ਉਹ ਟ੍ਰੀਟਮੈਂਟ ਜਿਹੜੀ ਹੈਗੀ ਆ ਉਹ ਦਿੱਤੀ ਜਾ ਰਹੀ ਹੈ। ਤੇ ਜੇ ਮੈਂ ਅਮਰੀਕਾ ਦੀ ਗੱਲ ਕਰਾਂ ਤੇ ਅਮਰੀਕਾ ਦੇ ਵਿੱਚ ਤਕਰੀਬਨ 70,000 ਤੋਂ ਉੱਪਰ ਜਿਹੜੇ ਪੇਸ਼ੈਂਟ ਨੇ ਇਸ ਕੋਵਿਡ-19 ਦੇ, ਉਹਨਾਂ ਨੂੰ ਇਹ ਪਲਾਜ਼ਮਾ ਜਿਹੜਾ ਟ੍ਰੀਟਮੈਂਟ ਜਿਹੜੀ ਉੱਥੇ ਦਿੱਤੀ ਗਈ ਆ ਤੇ ਜਿਹਦੇ ਨਾਲ ਉਹ ਤੰਦਰੁਸਤ ਹੋਏ ਨੇ। ਸੋ ਚਲੋ ਇਹ ਕਿੰਨਾ ਟਾਈਮ ਲੱਗਦਾ, ਕਿੰਨਾ ਸਮਾਂ ਲੱਗਦਾ ਆ। ਜੇ ਆਪਾਂ ਪਿੱਛੇ ਚੱਲ ਜਾਈਏ 1918 ਦੇ ਵਿੱਚ ਸਪੈਨਿਸ਼ ਫਲੂ ਜਿਹੜਾ ਆਇਆ ਸੀਗਾ ਤੇ ਉਹ ਵੀ ਇਸੇ ਕਰਕੇ ਉਹਨੇ ਵੀ ਬੜਾ ਨੁਕਸਾਨ ਕੀਤਾ ਸੀਗਾ। ਦੁਬਾਰਾ ਜਦੋਂ ਪਹਿਲੇ ਵਾਰੀ ਲਾਕਡਾਊਨ ਕਰਕੇ ਖੋਲ ਦਿੱਤਾ ਗਿਆ, ਪਰ ਉਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਉਸ ਵੇਲੇ WHO ਦੇ ਜਿਹੜੇ ਕਾਰਜਕਰਤਾ ਨੇ ਉਹ ਲਿਖਦੇ ਨੇ ਕਿ 50 ਮਿਲੀਅਨ ਲੋਕ ਉਦੋਂ ਪ੍ਰਭਾਵਿਤ ਹੋਏ ਸਨ। ਤੇ ਜੇ ਮੈਂ ਹੁਣ ਦੀ ਗੱਲ ਕਰਾਂ ਤੇ ਹੁਣ ਵੀ ਤਕਰੀਬਨ 23 ਮਿਲੀਅਨ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਵਰਲਡ ਵਾਈਡ ਇਸ ਕਰੋਨਾ ਵਾਇਰਸ ਤੋਂ। ਸੋ ਆਓ ਆਪਾਂ ਅੱਜ ਗੱਲਬਾਤ ਕਰਾਂਗੇ ਜੀ। ਸਾਡੇ ਨਾਲ ਅੱਜ ਦੇ ਸਾਡੇ ਗੈਸਟ ਜੁੜੇ ਹੋਏ ਨੇ ਕੈਨੇਡਾ ਦੀ ਧਰਤੀ ਤੋਂ, ਵੈਨਕੂਵਰ ਤੋਂ ਜੁੜੇ ਹੋਏ ਨੇ ਡਾਕਟਰ ਪੂਰਨ ਸਿੰਘ ਜੀ ਗਿੱਲ। ਉਹਨਾਂ ਦੇ ਨਾਲ ਪਹਿਲਾਂ ਆਪਾਂ ਫਤਿਹ ਦੀ ਸਾਂਝ ਕਰੀਏ ਜੀ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ। ਗਿੱਲ ਸਾਹਿਬ ਜੀ, ਇਸ ਵੇਲੇ ਤੁਹਾਨੂੰ ਦੇਸ਼ ਦੁਨੀਆ ਦੇ ਵਿੱਚ ਸਿੱਖ ਚੈਨਲ ਦੀ ਨਜ਼ਰ ਤੋਂ ਤੁਹਾਨੂੰ ਸਾਰੇ ਵਰਲਡ ਦੇ ਵਿੱਚ ਵੇਖਿਆ ਜਾ ਰਿਹਾ ਜੀ। ਸਭ ਤੋਂ ਪਹਿਲਾਂ ਤੇ ਕੈਨੇਡਾ ਦਾ ਕੀ ਹਾਲ ਹੈ ਇਸ ਵੇਲੇ ਕਰੋਨਾ ਵਾਇਰਸ ਦਾ? ਦੇਖੋ, ਕੈਨੇਡਾ ਵੀ ਦੁਨੀਆ ਵਾਂਗੂ ਅਫੈਕਟਡ ਹੈ, ਪ੍ਰਭਾਵਿਤ ਹੈ, ਪਰ ਫਿਰ ਵੀ ਦੂਜੇ ਦੇ ਮੁਕਾਬਲੇ ਕੈਨੇਡਾ 'ਚ ਸਥਿਤੀ ਠੀਕ ਹੈ। ਖਾਸ ਕਰਕੇ ਸਾਡੇ ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤੀ ਦੂਜੀਆਂ ਪ੍ਰਾਂਤਾਂ ਨਾਲੋਂ ਬਿਹਤਰ ਆ। ਤੇ ਪਰ ਲੋਕਾਂ ਨੂੰ ਜਿਹੜੀ ਥੋੜੀ ਜਿਹੀ ਖੁੱਲ੍ਹ ਦੇਣ ਦੇ ਕਾਰਨ ਕਾਫੀ ਕੇਸਸ ਵਧੇ ਨੇ। ਤੇ ਹੁਣ ਲੋਕਾਂ ਨੂੰ ਮੁੜ ਅਪੀਲ ਕੀਤੀ ਜਾਂਦੀ ਹੈ ਕਿ ਇਹ ਸੰਕੋਚ ਕਰੋ। ਜਿਵੇਂ ਬਾਹਰ ਲੋਕ ਫਨ ਕਰਨ ਜਾਂਦੇ ਨੇ, ਬੀਚਸ ਤੇ ਜਾਂਦੇ ਨੇ, ਉਹਦੇ ਨਾਲ ਥੋੜਾ ਜਿਹਾ ਨੰਬਰ ਵਧਣ ਲੱਗਾ। ਹੁਣ ਇਹ ਬੜੀ ਖਤਰੇ ਦੀ ਘੰਟੀ ਹੈ। ਜੇ ਲੋਕ ਨਹੀਂ ਸੁਣਦੇ ਤਾਂ ਫਿਰ ਇਹ ਕੁਦਰਤੀ ਅਸੀਂ ਆਪਣੇ ਆਪ ਨੂੰ ਖਤਰੇ 'ਚ ਪਾਵਾਂਗੇ। ਡਾਕਟਰ ਸਾਹਿਬ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲੋਕ ਬੀਚਾਂ ਤੇ ਵੀ ਜਾਂਦੇ ਆ, ਪੱਬਾਂ ਕਲੱਬਾਂ ਦੇ ਵਿੱਚ ਵੀ ਜਾਂਦੇ ਆ, ਕੀ ਇੱਥੇ ਕਿੱਥੇ ਜਿਹੜੀ ਆਪਾਂ ਜੇ ਕਹਿ ਦਈਏ ਕਿ ਜਿਵੇਂ ਗਾਈਡਲਾਈਨ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਆ, ਕੀ ਉਹ ਲੋਕਾਂ ਦਾ ਹੀ ਕਸੂਰ ਮੰਨਿਆ ਜਾਏਗਾ ਜਦੋਂ ਉਹ ਮੰਨਦੇ ਨਹੀਂ ਤੇ ਇੱਕ ਦੂਜੇ ਨਾਲ ਜੁਆਇੰਟ ਹੋ ਜਾਂਦੇ ਆ? ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਇਹਨਾਂ ਦੇ ਸੱਭਿਆਚਾਰ ਦਾ ਅੰਗ ਹੈਗਾ। ਸੱਭਿਆਚਾਰ ਦਾ ਅੰਗ ਜਿਸੀ ਹੈ ਕਿ ਕਹਿੰਦੇ ਅਸੀਂ ਜੱਫੀ ਪਾ ਕੇ ਮਿਲਦੇ ਹਾਂ ਤੇ ਸੰਕੋਚ ਕਰੋ। ਤੇ ਇਹ ਬੱਚੇ ਜਦੋਂ ਨੱਚਦੇ ਕੁੱਦਦੇ ਨੇ, ਫਨ ਕਰਦੇ ਨੇ, ਜਾਂ ਨਹਾਉਣ ਵਾਲੇ ਸਵਿਮਿੰਗ ਪੂਲ 'ਚ ਜਾਂਦੇ ਨੇ, ਤੇ ਉਹਦੇ ਵਿੱਚ ਜ਼ਿਆਦਾ ਫੈਲਣ ਦਾ ਡਰ ਹੈ। ਕਿਉਂਕਿ ਜਦੋਂ ਹੁਣ ਰੈਸਟੋਰੈਂਟਾਂ 'ਚ ਤਾਂ ਸੰਕੋਚ ਕਰ ਲਾਂਗੇ, ਪਰ ਜਦੋਂ ਫਨ ਕਰਦੇ ਆ ਬੱਚੇ ਉਦੋਂ ਭੁੱਲ ਜਾਂਦੇ ਆ, ਜਾਂ ਕਿਤੇ ਸ਼ਰਾਬ ਦੀ ਵਰਤੋਂ ਵੀ ਕਰਦੇ ਹੋਣਗੇ ਤੇ ਉਹ ਆਪਦੇ ਤੌਰ ਤੇ ਸਮਝਦੇ ਆ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਨੌਜਵਾਨਾਂ 'ਚ ਬਹੁਤ ਜ਼ਿਆਦਾ ਆ ਰਿਹਾ ਜੀ। ਡਾਕਟਰ ਸਾਹਿਬ ਜੀ, ਆਪਾਂ ਅੱਜ ਆਪਣੇ ਵਿਸ਼ੇ ਦੇ ਵਿੱਚ ਆਈਏ। ਜਿਵੇਂ ਕਿ ਤੁਸੀਂ ਪੋਲੀਟੀਕਲ ਸਾਇੰਸ ਦੀ ਔਰ ਹਿਸਟਰੀ ਦੀ ਜਿਹੜੀ ਆ ਮਾਸਟਰ ਡਿਗਰੀ ਵੀ ਕੀਤੀ ਹੋਈ ਆ, ਉਸ ਤੋਂ ਇਲਾਵਾ ਜਿਹੜੀ PhD ਆ ਉਹ ਵੀ ਆਪ ਜੀ ਨੇ ਕੀਤੀ ਹੋਈ ਆ। ਤੇ ਆਪਾਂ ਅੱਜ ਦਾ ਵਿਸ਼ਾ ਜਿਹੜਾ ਉਸ ਦੇ ਵੱਲ ਆਈਏ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਇੱਕ ਵਹਿਮਾਂ ਤੇ ਭਰਮਾਂ ਦੀ ਤੇ ਗੁਰਬਾਣੀ ਦਾ ਜਿਹੜਾ ਆਪਾਂ ਇੱਕ ਆਪਸ ਦੇ ਵਿੱਚ ਕੀ ਇਹਨਾਂ ਦਾ ਰਿਲੇਸ਼ਨ ਆ, ਜਾਂ ਗੁਰਬਾਣੀ ਕੀ ਕਹਿ ਰਹੀ ਆ ਔਰ ਅਸੀਂ ਕੀ ਕਰ ਰਹੇ ਹਾਂ, ਤੇ ਇਹਨਾਂ ਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਆਪਾਂ ਜਾਣਕਾਰੀ ਜ਼ਰੂਰ ਦੇਵਾਂਗੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਸਾਡੇ ਵਹਿਮ ਤੇ ਭਰਮ ਜਿਹੜੇ ਉਹ ਕੱਢਦੇ ਨੇ, ਪਰ ਅਸੀਂ ਮੁੜ ਕੇ ਫਿਰ ਉੱਥੇ ਫਸਦੇ ਹਾਂ ਜਾ ਕੇ, ਅਸੀਂ ਫਿਰ ਉਹ ਗੁਰੂ ਦਾ ਹੁਕਮ ਨਹੀਂ ਮੰਨਦੇ। ਸਭ ਤੋਂ ਪਹਿਲਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਤੁਹਾਡਾ ਇਹ
ਬੜਾ ਬਹੁਤ ਵਧੀਆ ਸਵਾਲ ਹੈ, ਪ੍ਰਸ਼ਨ ਹੈ। ਤੇ ਇਹਨੂੰ ਅਸੀਂ ਜੇ ਦੇਖੀਏ, ਜਿਹੜਾ ਵਹਿਮ ਭਰਮ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਇਨਕਲਾਬ ਸੀ, ਜਾਂ ਗੁਰੂਆਂ ਨੇ ਸਿੱਖ ਧਰਮ ਦੀ ਹੋਂਦ ਸ਼ੁਰੂ ਕੀਤੀ ਜਾਂ ਜਥੇਬੰਦਕ ਧਰਮ ਪੈਦਾ ਕੀਤਾ, ਉਹਦਾ ਮੁੱਖ ਮਨੋਰਥ ਇਹੀ ਸੀ ਕਿ ਲੋਕਾਂ ਦੇ ਅੰਦਰ ਜਿਵੇਂ ਜਾਤ ਪਾਤ ਨੂੰ ਖਤਮ ਕਰਨਾ, ਤੇ ਦੂਸਰਾ ਜਿਹੜੇ ਵਹਿਮ ਭਰਮ ਲੋਕਾਂ ਦੇ ਅੰਦਰ, ਲੋਕਾਂ ਦੇ ਮਨਾਂ ਅੰਦਰ ਹਾਵੀ ਹੋ ਗਏ ਸਨ, ਉਹਨਾਂ ਨੂੰ ਕੱਢਣਾ। ਪਰ ਵਹਿਮ ਭਰਮ ਬਣਾਉਣ ਵਾਲੀ ਵੀ ਇੱਕ ਵੱਖਰੀ ਜਿਹੜੀ ਪੁਜਾਰੀ ਸ਼੍ਰੇਣੀ ਸੀ, ਉਹਨਾਂ ਨੂੰ ਵਹਿਮ ਭਰਮ ਬਣਾ ਕੇ ਉਹਦੇ ਵਿੱਚ ਲਾਭ ਹੁੰਦਾ ਸੀ। ਉਹ ਤੀਰਥਾਂ ਤੇ ਬੈਠੇ ਨੇ, ਤੇ ਜੇ ਲੋਕ ਤੀਰਥਾਂ ਤੇ ਜਾਣੋਂ ਹਟ ਜਾਣ ਤਾਂ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਸੀ। ਤੇ ਇਸ ਕਰਕੇ ਉਹ ਵਹਿਮ ਜ਼ੋਰ ਸ਼ੋਰ ਨਾਲ ਫੈਲਾ ਰਹੇ ਸੀ ਤੇ ਫੈਲਾ ਚੁੱਕੇ ਸੀ। ਗੁਰੂ ਸਾਹਿਬ ਨੇ ਆਪ ਤੀਰਥਾਂ ਤੇ ਜਾ ਕੇ ਉਹਨਾਂ ਨੂੰ ਸੰਬੋਧਨ ਕੀਤਾ, ਉਹਨਾਂ ਨਾਲ ਵਾਦ ਵਿਵਾਦ ਵੀ ਹੋਏ, ਉਹਨਾਂ ਨਾਲ ਗੋਸ਼ਟੀਆਂ ਕੀਤੀਆਂ। ਤੇ ਫਿਰ ਜਿਹੜਾ ਸਾਡੇ ਕੋਲ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਆ, ਸਾਨੂੰ ਕਿਤੇ ਵੀ ਸ਼ੱਕ ਪੈ ਜਾਵੇ ਤਾਂ ਸਾਨੂੰ ਉਹਨੂੰ ਆਧਾਰ ਮੰਨ ਕੇ ਖੋਜ ਕਰਨੀ ਚਾਹੀਦੀ ਹੈ ਵੀ ਕਿਸੇ ਤਰ੍ਹਾਂ ਕਿਸੇ ਪ੍ਰਕਾਰ ਦੇ ਵਹਿਮ ਨੂੰ ਸਿੱਖ ਧਰਮ ਨਹੀਂ ਮੰਨਦਾ। ਜੇ ਤੁਸੀਂ ਵਹਿਮ ਵੀ ਮੰਨਦੇ ਹੋ, ਵਹਿਮ ਪ੍ਰਸਤੀ ਵਿੱਚ ਗਲਤਾਨ ਹੋ, ਤਾਂ ਤੁਸੀਂ ਸਿੱਖ ਅਖਵਾਉਣ ਦੀ ਵੀ ਹੱਕ ਨਹੀਂ ਰੱਖਦੇ। ਇਹ ਬਹੁਤ ਵੱਡਾ ਤੁਹਾਡਾ ਸਵਾਲ ਆ। ਅੱਜ ਹੁਣ ਕਰੋਨੇ ਨੇ ਥੋੜੀ ਜੀ ਇਹਨਾਂ ਨੂੰ ਚੁਣੌਤੀਆਂ ਦਿੱਤੀਆਂ ਸੀ ਬਾਬਿਆਂ ਨੂੰ, ਤੇ ਮੁੜ ਕੇ ਨਾ ਫੇਰ ਮਾੜਾ ਮੋਟਾ ਠੀਕ ਹੋਣ ਕੇ ਬਾਬੇ ਫੇਰ ਨਾ ਬਾਹਰ ਆ ਜਾਣ। ਇਹ ਬਹੁਤ ਵੱਡਾ ਮਸਲਾ ਸਾਰੇ ਸਮੁੱਚੇ ਭਾਰਤ ਦਾ। ਇਕੱਲੇ ਸਿੱਖ ਜ਼ੋਰ ਵੀ ਲਾਉਣ ਤਾਂ ਜਿਹੜੇ ਭਾਰਤ ਜਿਹਦੇ ਬਹੁ ਗਿਣਤੀ ਦੀ ਸਮਾਜ ਆ, ਉਹ ਨਹੀਂ ਚਾਹੁੰਦੇ ਕਿ ਵਹਿਮ ਭਰਮ ਹਟ ਜਾਣ ਜਾਂ ਵਹਿਮ ਭਰਮਾਂ ਤੋਂ ਦੂਰ ਹੋ ਜਾਣ, ਕਿਉਂਕਿ ਉਹਨਾਂ ਦਾ ਇਹ ਰੋਜੀ ਰੋਟੀ ਤੇ ਲੋਕਾਂ ਦੀ ਲੁੱਟ ਖਸੁੱਟ ਦਾ ਇੱਕ ਆਧਾਰ ਹੈ। ਡਾਕਟਰ ਸਾਹਿਬ, ਡਾਕਟਰ ਪੂਰਨ ਸਿੰਘ ਜੀ ਕਰਦੇ ਆ ਕਿ ਤੁਸੀਂ ਕਾਮਾ ਗਾਟਾ ਮਾਰੂ ਇਸ ਵਿਸ਼ੇ ਦੇ ਵਿੱਚ ਵੀ ਤੁਸੀਂ ਜਿਹੜਾ ਉਹ ਅਧਿਐਨ ਕੀਤਾ ਹੋਇਆ ਵਾ ਤੇ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਆ, ਤਜਰਬਾ ਆ। ਪਰ ਆਪਾਂ ਅੱਜ ਦੋ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾ ਵਿਸ਼ਾ ਜਿਹੜਾ ਆਪਾਂ ਟੱਚ ਕੀਤਾ ਇਸ ਵੇਲੇ ਉਹ ਹੈ ਕਿ ਵਹਿਮਾਂ ਤੇ ਭਰਮਾਂ ਦਾ। ਤੇ ਉਹ ਵਹਿਮਾਂ ਭਰਮਾਂ ਦੀ ਜਿਵੇਂ ਆਪਾਂ ਗੱਲ ਤੋਰੀ ਆ ਜੀ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਗੱਲ ਕਰੀਏ, ਮੈਂ ਤੁਹਾਨੂੰ ਇੱਕ ਯਾਦ ਕਰਵਾ ਦੇਵਾਂ, ਪਵਿੱਤਰ ਬਾਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਔਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ ਜੀ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸ਼ਬਦ ਦੇ ਵਿੱਚ ਅੱਗੇ ਜਾ ਕੇ ਕਹਿੰਦੇ ਕੋਟੀ ਨੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਖਾਨ ਮੁਕਾਮ ਜਲੇ ਵਿੱਚ ਮੰਦਰ ਮੁਛ ਕੋਇ ਚਲਾਇਆ, ਕੋਈ ਮੁਗਲ ਨਾ ਹੁਆ ਕਿਨੇ ਦਾ ਪਰਚਾ ਲਾਇਆ। ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆ। ਕਹਿੰਦੇ ਜਦੋਂ ਨਾ ਏਮਨਾਬਾਦ ਦੀ ਧਰਤੀ ਵੱਲ ਨੂੰ ਜਾਂ ਬਾਬਰ ਚੜ੍ਹ ਕੇ ਆਉਣ ਵਾਲਾ ਸੀਗਾ, ਤੇ ਉਸ ਵਕਤ ਇਹ ਬਹੁਤ ਗੱਲ ਕਹੀ ਗਈ ਪਈ, ਜਿਹੜੇ ਪੀਰ ਸੀਗੇ ਉਸ ਵੇਲੇ ਜਾਂ ਜਾਦੂ ਟੋਣੇ ਵਾਲੇ ਸੀਗੇ ਉਸ ਵੇਲੇ, ਉਹਨਾਂ ਨੂੰ ਸੂਚਿਤ ਕੀਤਾ ਗਿਆ ਤੇ ਉਹ ਕਹਿਣ ਲੱਗੇ ਕੋਈ ਨਹੀਂ, ਇੱਥੇ ਤੁਸੀਂ ਆ ਲੈਣ ਦਿਓ, ਜਿਹੜਾ ਵੀ ਆਉਂਦਾ ਅਸੀਂ ਤੇ ਉਹਨੂੰ ਅੰਨਾ ਕਰ ਦਿਆਂਗੇ, ਸਾਡੇ ਕੋਲ ਜਾਦੂ ਟੂਣੇ ਬੜੇ ਨੇ, ਸਾਡੇ ਕੋਲ ਇਹੋ ਜਿਹੀਆਂ ਚੀਜ਼ਾਂ ਬੜੀਆਂ ਨੇ। ਪਰ ਜਦੋਂ ਉਹ ਬਾਬਰ ਆਇਆ ਤੇ ਕੋਈ ਵੀ ਉਹਨਾਂ ਦੇ ਵਿੱਚੋਂ ਅੱਗੇ ਨਹੀਂ ਆਇਆ, ਨਾ ਤਾਂ ਬਾਬਰ ਹੀ ਅੰਨਾ ਹੋਇਆ। ਤੁਹਾਨੂੰ ਪਤਾ ਕਿੰਨਾ ਉੱਥੇ ਜ਼ੁਲਮ ਹੋਇਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਸੋਹਣਾ ਇਹ ਤੁਹਾਡਾ ਇਹ ਵਿਸ਼ਾ ਛੋਇਆ ਤੁਸੀਂ ਸਾਨੂੰ। ਅਸੀਂ ਅੱਜ ਵੀ ਕਹਿੰਦੇ ਆ, ਜੇ ਕੋਈ ਕਈ ਵਾਰੀ ਕਹਿੰਦੇ ਨਾ, ਇੱਕ ਇਹਨਾਂ ਦਾ ਪ੍ਰਚਲਿਤ ਹੈਗਾ, ਜੇ ਕੋਈ ਡੈਥ ਬੈੱਡ ਤੇ ਹੋਵੇ, ਬਾਅਦ ਚ ਕਹਿੰਦੇ ਤੁਸੀਂ ਜੇ ਅਰਦਾਸ ਕਰ ਲਓ। ਤੇ ਜਾਂ ਕਈ ਵਾਰੀ ਸਾਡੇ ਇੰਨਾ ਵਹਿਮ ਪੈ ਗਿਆ, ਕਈ ਡੈਥ ਬੈੱਡ ਤੇ ਲੋਕਾਂ ਨੂੰ ਘੜੀਸੀ ਫਿਰਦੇ ਲੋਕ, ਇੱਥੋਂ ਇੰਡੀਆ ਲੈ ਜਾਂਦੇ ਨੇ, ਇੰਡੀਆ ਉੱਤੇ ਇਸ਼ਨਾਨ ਕਰਾਉਂਦੇ ਨੇ। ਹੁਣ ਉਹੀ ਬਾਬੇ ਨਾਨਕ ਨੇ ਬਹੁਤ ਸਪਸ਼ਟ ਕਰ ਦਿੱਤਾ ਵੀ ਜੋ ਕੁਦਰਤ ਦਾ ਵਰਤਾਰਾ ਨਾ, ਜੇ ਮਨੁੱਖ ਨੂੰ ਦਿਮਾਗ ਵਰਤਿਆ ਰੱਬ ਨੇ, ਉਹ ਡਾਕਟਰੀ ਰੂਪ ਦੇ ਵਿੱਚ ਆ ਰਹੇ ਨੇ, ਜਾਂ ਉਹ ਸਿਆਣਪ ਰੂਪ ਦੇ ਵਿੱਚ ਦੱਸਦੇ ਨੇ, ਬੜੀਆਂ ਕਾਢਾਂ ਨਿਕਲੀਆਂ, ਉਹ ਵੀ ਰੱਬ ਦੀ ਦੇਣ ਆ ਵੀ ਮਨੁੱਖ ਦਾ ਰਹੀ ਇਹ ਕੰਮ ਹੁੰਦਾ। ਕਿ ਜੇ ਤੁਸੀਂ ਕਹੋ ਵੀ ਅਰਦਾਸਾਂ ਕਰਕੇ ਜਾਂ ਕਿਸੇ ਸੰਕਟ ਦਾ ਹੱਲ ਹੋ ਜਾਵੇ, ਉਹ ਸੰਭਵ ਨਹੀਂ ਹੈ। ਗੁਰਬਾਣੀ ਨਹੀਂ ਮੰਨਦੀ। ਭਾਵੇਂ ਅਸੀਂ ਅਰਦਾਸ ਜਾ ਕੇ, ਤੁਸੀਂ ਕਈ ਵਾਰੀ ਸਾਡੀ 90% ਅਰਦਾਸਾਂ ਤਾਂ ਮੁੰਡਿਆਂ ਲਈ ਹੁੰਦੀਆਂ ਗੁਰਦੁਆਰਿਆਂ 'ਚ, ਤੇ ਉਹ ਭਾਈ ਜੀ ਵੀ ਸੰਕੋਚ ਨਹੀਂ ਕਰਦੇ, ਨਾ ਉਹ ਜੁਰਤ ਰੱਖਦੇ ਨੇ, ਨਾ ਉਹਨਾਂ ਦੇ ਜੇ ਲੋਕਾਂ ਨੂੰ ਸਮਝਾਉਣ ਭਾਈ ਅਰਦਾਸਾਂ ਨਾਲ ਇਸ ਤਰ੍ਹਾਂ ਕੰਮ ਨਹੀਂ ਹੁੰਦੇ। ਪਰ ਇਹ ਇੱਕ ਵਹਿਮ ਪ੍ਰਸਤੀ ਆ, ਤੇ ਬਾਬੇ ਨਾਨਕ ਦੀ ਬਾਣੀ ਸਾਡੇ ਅੱਗੇ ਆ, ਠੀਕ ਹੈ। ਤੇ ਅਸੀਂ ਜਿਹੜਾ ਹੈਗਾ ਗੁਰੂ ਗ੍ਰੰਥ ਦੇ ਅੱਗੇ ਵੀ। ਡਾਕਟਰ ਗਿੱਲ ਸਾਹਿਬ, ਮੈਂ ਇੱਕ ਮਿੰਟ ਤੁਹਾਨੂੰ ਰੋਕਣਾ ਚਾਹਾਂਗਾ। ਜਿਵੇਂ ਤੁਸੀਂ ਅਰਦਾਸ ਦੀ ਗੱਲ ਕੀਤੀ ਆ, ਪਰ ਸਤਿਗੁਰੂ ਜੀ ਕਹਿੰਦੇ ਨੇ ਅਰਦਾਸ ਦੇ ਵਿੱਚ ਬੜੀ ਤਾਕਤ ਬੜੀ ਆ, ਵਿਅਕਤੀ ਕਦੇ ਨਾ ਹੋਵੇ ਜਨ ਕੀ ਅਰਦਾਸ।
ਕਹਿੰਦੇ ਵੀ ਅਰਦਾਸ ਜਨ ਬਣ ਕੇ ਕੀਤੀ ਜਾਵੇ ਤੇ ਪ੍ਰਵਾਨ ਹੋ ਜਾਂਦੀ ਹੈ, ਤੇ ਤੁਸੀਂ ਕਹਿੰਦੇ ਕਿ ਸੰਕੋਚ ਨਹੀਂ ਕਰਦੇ। ਇਸ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਵਿਸਤਾਰ ਦੇ ਵਿੱਚ ਥੋੜਾ ਜਿਹਾ ਦੱਸੋ। ਦੇਖੋ, ਅਰਦਾਸ ਇੱਕ ਪਰੰਪਰਾ ਸਿੱਖ ਧਰਮ ਵਿੱਚ ਤੁਹਾਡਾ ਮੋਰਲ, ਤੁਹਾਡਾ ਜਿਹੜਾ ਸਪਿਰਿਟ ਆ ਉਹਨੂੰ ਉੱਚਾ ਕਰਨ ਦੇ ਲਈ ਆ। ਜੇ ਗੁਰੂ ਸਾਹਿਬ ਤਤੀ ਤਵੀ ਦੇ ਬਹਿ ਸਕਦੇ ਨੇ, ਜੇ ਬੰਦਾ ਬਹਾਦਰ ਦਾ ਸਰੀਰ ਜਮੂਰਾ ਨਾ ਕੱਟਿਆ ਗਿਆ, ਅਸੀਂ ਅਰਦਾਸਾਂ ਤੇ ਸਿੱਖ ਅਰਦਾਸ ਮੁੜ ਤੋਂ ਹੀ ਕਰਦਾ, ਪਰ ਜਦੋਂ ਅਰਦਾਸ ਕਰਦਾ ਉਹ ਆਪਦੀ ਕੋਈ ਨਿੱਜੀ ਮੰਗ ਨਹੀਂ ਰੱਖਦਾ। ਅਰਦਾਸ ਦੇ ਰੱਬ ਕੋਲੋਂ ਹੀ ਮੰਗਦਾ ਵੀ ਮੈਨੂੰ ਚੜ੍ਹਦੀ ਕਲਾ ਬਖਸ਼ਿਓ, ਮੈਂ ਡੋਲਾਂ ਨਾ। ਅਸੀਂ ਵੀ ਜਦੋਂ ਕਿਤੇ ਜੇ ਸਿਆਣਪ ਵਾਲੀ ਗ੍ਰੰਥੀ ਹੈ, ਜੇ ਸੂਝਵਾਨ ਗ੍ਰੰਥੀ ਹੈ, ਜਦੋਂ ਕਿਤੇ ਮ੍ਰਿਤਕ ਸੰਸਕਾਰਾਂ 'ਚ ਜਾਂਦੇ ਨੇ ਤਾਂ ਉਹ ਇੱਕ ਵਿਸ਼ੇਸ਼ ਤੌਰ ਤੇ ਗੱਲ ਆਖਦੇ ਨੇ ਕਿ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਸਮਰੱਥਾ ਬਖਸ਼ੋ। ਇਹ ਆਪਣਾ ਕੋਈ ਮੰਗ ਨਹੀਂ ਰੱਖਦੇ। ਜਦੋਂ ਅਸੀਂ ਨਿੱਜੀ ਮੰਗ ਕਰਦੇ ਹਾਂ, ਉਹ ਸਾਡੀ ਅਰਦਾਸ ਗੁਰਮਤਿ ਅਨੁਕੂਲ ਨਹੀਂ। ਜੇ ਅਸੀਂ ਪੁਰਾਣੀ ਅਰਦਾਸਾਂ ਵੀ ਦੇਖੀ ਹੈ ਨਾ, ਜੇ ਚੜ੍ਹਾਈ ਕਰਨੀ ਹੈ, ਫੌਜ ਚੜ੍ਹਾਈ ਕਰਨੀ ਹੈ, ਅਰਦਾਸ ਕਰਦੇ ਹੋ, ਪਰ ਤੁਹਾਡੀ ਜਿਹੜੀ ਸਪਿਰਿਟ ਆ, ਤੁਹਾਡੀ ਤਿਆਰੀ ਆ, ਉਹਨੇ ਕੰਮ ਕਰਨਾ। ਇਹ ਤੁਹਾਨੂੰ ਥੋੜਾ ਜਿਹਾ ਮੋਰਲ ਤੁਹਾਡਾ ਹਾਈ ਹੋ ਜਾਂਦਾ ਤੇ ਪਰਮਾਤਮਾ ਅੱਗੋਂ ਸਿਰਫ ਭਾਣਾ ਮੰਨਣ ਦੀ ਤੇ ਪ੍ਰਮਾਣ ਆਪਣੇ ਜਿਹੜੇ ਜੋ ਕੁਝ ਵਰਤਾਰਾ ਹੋ ਰਿਹਾ ਕੁਦਰਤ ਤੇ ਬਾਕੀ ਜਿਹੜੇ ਨਿਯਮ ਆ ਜਾਂ ਹੋਰ ਸੁਸਾਇਟੀ ਅੰਦਰ ਜੋ ਹੁਕਮ ਆ ਉਹ ਸਾਨੂੰ ਮੰਨਣੇ ਪੈਂਦੇ ਨੇ। ਤੇ ਇਹ ਨਹੀਂ ਹੋ ਸਕਦਾ ਵੀ ਆਪਾਂ ਅੱਜ ਕੋਈ ਤੀਰਥਾਂ ਤੇ ਜਾ ਕੇ ਅਰਦਾਸ ਕਰਨ ਨਾਲ ਸਾਡੀਆਂ ਗੱਲਾਂ ਪ੍ਰਾਪਤ ਹੋ ਜਾਂਦੀਆਂ। ਇਹ ਅਸੀਂ ਆਪਣੇ ਆਪ 'ਚ ਅਰਦਾਸ ਕਰਨੀ ਹੈ, ਕੋਈ ਵਿਸ਼ੇਸ਼ ਕਲਾਸ ਕੋਲੋਂ ਵੀ ਨਹੀਂ ਕਰਾਉਣੀ। ਤੇ ਇਹ ਸਾਡੀ ਕੋਈ ਅਰਦਾਸ ਬਣੀ ਬਣਾਈ, ਜਿਵੇਂ ਅਸੀਂ ਕਹਿੰਦੇ ਕ੍ਰੈਮਿੰਗ ਕਰਕੇ, ਘੋਟਾ ਕਰਕੇ, ਉਹ ਵੀ ਅਰਦਾਸ ਕੋਈ ਜ਼ਰੂਰੀ ਨਹੀਂ ਹੈ। ਪਰਮਾਤਮਾ ਅੱਗੇ ਨਿਮਰਤਾ ਨਾਲ, ਜਿਵੇਂ ਆਪਣੇ ਆਪ ਅਰਦਾਸਾਂ ਬਹੁਤ ਸ਼ਬਦ ਨੇ ਗੁਰਬਾਣੀ 'ਚ, ਜਿਵੇਂ ਤੂੰ ਠਾਕਰ ਤੋਂ ਪੈ ਅਰਦਾਸ, ਤੁਸੀਂ ਇਹਦੇ ਵਿੱਚ ਤੱਤ ਦੇਖੋ ਗੁਰਬਾਣੀ 'ਚ ਇਹ 'ਚ ਲਿਖਿਆ ਕੀ ਹੈ। ਠੀਕ ਹੈ, ਸਾਨੂੰ ਉਹ ਤੇ ਗੁਰਬਾਣੀ ਤੇ ਨਿਰਭਰ ਕਰਨਾ ਪੈਣਾ ਕਿ ਸਾਡੀ ਕੋਈ ਆਪਣੀ ਨਿੱਜੀ ਮੰਗ ਨਾ ਹੋਵੇ। ਸਮਾਜ ਦੇ ਭਲੇ ਲਈ, ਆਪਣੀ ਚੜ੍ਹਦੀ ਕਲਾ ਲਈ ਅਸੀਂ ਅਰਦਾਸ ਕਰ ਸਕਦੇ, ਸਾਡੀ ਪਰੰਪਰਾ। ਇੱਥੇ ਇੱਕ ਗੱਲ ਹੋਰ ਮੈਂ ਆਪ ਜੀ ਨੂੰ ਜ਼ਰੂਰ ਪੁੱਛਣੀ ਚਾਹਾਂਗਾ, ਜਿਵੇਂ ਕਿ ਲਿਖਿਆ ਹੈ ਗੁਰਬਾਣੀ ਦੇ ਵਿੱਚ ਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਲਾਓਗੇ ਕਿ ਅਰਦਾਸ ਦੇ ਨਾਲ ਜੁੜਦਾ ਹੈ, ਜਾਂ ਇਸ ਨੂੰ ਕਿਸ ਤਰ੍ਹਾਂ ਤੁਸੀਂ ਲਾਓਗੇ? ਇਹ ਥੋੜਾ ਵਿਸ਼ਾ, ਥੋੜਾ ਵਿਸਤਾਰ ਸਾਨੂੰ ਸ਼ਬਦ ਦੇਖਣਾ ਪੈਣਾ। ਰਹਾਉ ਦੀ ਪੰਕਤੀ ਵਿੱਚ ਕੀ ਹੈ ਤੇ ਬਿਲਕੁਲ ਸਮਝਾਓ। ਜੇ ਰਹਾਉ ਦੀ ਪੰਕਤੀ ਆ ਤੇ ਉਧਾਰ, ਕਈ ਵਾਰੀ ਸ਼ਬਦ, ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਤੇ ਅਸੀਂ ਜਦੋਂ ਸ਼ਬਦ ਪੜ੍ਹਦੇ ਹਾਂ ਦਰਬਾਰ ਸਾਹਿਬ 'ਚ, ਰਾਗੀਆਂ ਨੂੰ ਵੀ ਹਦਾਇਤ ਹੁੰਦੀ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਰਹਾਉ ਵਿਸ਼ਾ ਨਹੀਂ ਹੈਗਾ ਤੇ ਨਾ ਰਾਮਦਾਸ ਉਹ ਸਰੋਵਰ ਦਾ ਕੋਈ ਰਾਮਦਾਸ ਆ। ਡਾਕਟਰ ਸਾਹਿਬ, ਇਹ ਸ਼ਬਦ ਦੀ ਜਿਹੜੀ ਪੰਕਤੀ ਆ ਉਹ ਹੈਗੀ ਆ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਮੇਟੇ ਦਇਆਲ ਆ। ਦੇਖੋ ਇੱਥੇ ਰਹਾਉ ਦੀ ਪੰਕਤੀ ਹੈ ਵੀ ਜਿਹੜਾ ਪਰਮਾਤਮਾ ਨਾ ਉਹ ਸਭ ਦਾ ਸਾਡੀ ਆਪਣੀ ਰੱਖਿਆ ਕਰਦਾ, ਉਹ ਭਲਾ ਸੋਚਦਾ। ਉਹ ਸਾਨੂੰ ਜੇ ਤੁਸੀਂ ਇਸ ਲਾਈਨ ਦੇ ਸਿਧਾਰਨ ਨੇ, ਹਰ ਜਨ ਰੱਖੇ ਗੁਰ ਗੋਬਿੰਦ, ਇਹ ਸਾਰੇ ਮਨੁੱਖਤਾ ਦੀ, ਸਾਰੇ ਲੋਕਾਂ ਦੀ ਪਰਮਾਤਮਾ ਦੇਖਭਾਲ ਕਰਦਾ। ਠੀਕ ਨਾ, ਤੇ ਉਹ ਜੇ ਅਸੀਂ ਕੰਠ ਲਈ ਅਵਗੁਣ ਸਮੇਟੇ ਦਿਆਲ ਪੁਰਖ ਬਖਸ਼ਿੰਦ, ਉਹ ਆਪਣੇ ਗਲੇ ਨਾਲ ਜੇ ਅਸੀਂ ਆਪਣੇ ਅੰਦਰੋਂ ਔਗਣਾਂ ਨੂੰ ਮਿਟਾ ਲਈਏ ਨਾ, ਤੇ ਸਾਡੀ ਕੋਈ ਅਰਦਾਸ ਨਹੀਂ ਰਹਿ ਜਾਂਦੀ, ਸਾਡੀਆਂ ਸਾਰੀਆਂ ਗੱਲਾਂ ਪੂਰੀਆਂ ਹੋ ਜਾਂਦੀਆਂ। ਜੇ ਸਾਡੇ ਅੰਦਰ ਜਿਹੜੀ ਬਿਰਤੀ ਆ ਸਚਿਆਰ ਬਣ ਜਾਈਏ, ਫਿਰ ਅਰਦਾਸ ਦਾ ਕੋਈ ਭਾਵ, ਅਸੀਂ ਇਹੀ ਸਾਡਾ ਮੁੱਖ ਮਨੋਰਥ ਆ ਗੁਰੂ ਸਾਹਿਬ ਦਾ, ਗੁਰਬਾਣੀ ਦਾ ਵੀ, ਦੇ ਮਨੁੱਖ ਨੂੰ ਸਚਿਆਰ ਬਣਾਉਣ ਦੀ ਗੱਲ ਸੀ। ਤੇ ਜਿਹੜਾ ਦੁੱਖ ਸੁੱਖ ਆ, ਉਹ ਜਿਵੇਂ ਦੁੱਖ ਰੁੱਖ ਇਹ ਸਰੀਰ ਦੇ ਨਾਲ ਆਉਣੇ ਆ, ਤੇ ਉਹਦੇ ਕਾਰਨ ਕਈ ਹੋਰ ਹੋ ਸਕਦੇ ਨੇ, ਵਾਤਾਵਰਨ ਹੋ ਸਕਦਾ ਨਾ, ਸਾਡੇ ਖਾਣ ਪੀਣ ਦਾ ਸੰਬੰਧ ਹੋ ਸਕਦਾ, ਪਰ ਪਰਮਾਤਮਾ ਨਹੀਂ ਕਿਸੇ ਨੂੰ ਦੁੱਖ ਦਿੰਦਾ। ਇਹ ਸਾਨੂੰ ਸਿਰਫ ਜਦੋਂ ਵੀ ਕਿਤੇ ਅਸੀਂ ਸ਼ਬਦ ਰਹਾਉ ਦੀ ਪੰਕਤੀ ਵੱਲ ਜ਼ਰੂਰ ਧਿਆਨ ਦੇਣਾ ਵੀ ਉਹਦਾ ਸ਼ਬਦ ਦਾ ਵਿਸ਼ਾ ਕੀ ਹੈ, ਵਿਸ਼ਾ ਵਸਤੂ, ਫਿਰ ਸਾਨੂੰ ਪਤਾ ਲੱਗੇਗਾ। ਕਿਉਂਕਿ ਅਸੀਂ ਜਿਹੜੀਆਂ ਉੱਪਰਲੀ ਲੈਣਾ, ਜਿਵੇਂ ਅਸੀਂ ਕਹਿੰਦੇ ਹਾਂ ਪੁੱਤੀ ਗੰਢ ਪਵੇ ਸੰਸਾਰ, ਲੋਕਾਂ ਨੂੰ ਉਹ ਤਾਂ ਦੇਖਿਆ ਨਹੀਂ ਵੀ ਕਦੇ ਪੁੱਤਾਂ ਨਾਲ ਗੰਢ ਪੈਂਦੀ ਹੈ ਸੰਸਾਰ ਦੇ ਵਿੱਚ। ਇਹ ਗੁਰਮਤ ਦਾ ਸਿਧਾਂਤ ਹੀ ਨਹੀਂ ਹੈ। ਤੇ ਉਸ ਤਰ੍ਹਾਂ ਰਾਮਦਾਸ ਸਰੋਵਰ ਨਾਤੇ, ਇਹ ਵੀ ਗੁਰਮਤ ਦਾ ਸਿਧਾਂਤ ਨਹੀਂ। ਗੁਰਮਤ ਨਹਾਉਣ ਜਾਂ ਤੀਰਥਾਂ ਤੇ ਇਸ਼ਨਾਨ ਕਰਨ ਨੂੰ ਮੰਨਦੀ ਹੀ ਨਹੀਂ ਗੁਰਮਤ। ਤੇ ਕਿਉਂਕਿ ਗੁਰਮਤ ਸੱਚੇ ਮਨ ਨੂੰ, ਸਚਿਆਰ ਬਣਨ ਨੂੰ ਪ੍ਰੇਰਦੀ ਹੈ।
ਤੇ ਸਾਨੂੰ ਉਹ ਜਿਹੜੀਆਂ ਗੱਲਾਂ ਅਸੀਂ ਵਿੱਚੋਂ ਲੈ ਲੈਂਦੇ ਆ, ਮੁੱਖ ਲੈ ਲੈਂਦੇ ਆ, ਜਿਹਦਾ ਕੋਈ ਲੋਕਾਂ ਨੂੰ ਇਹ ਚ ਤੁਸੀਂ ਗੁੰਮਰਾਹ ਕੀਤਾ ਜਾ ਸਕਦਾ। ਜਿਹੜੇ ਸਿਆਣੇ ਕਥਾਕਾਰ ਨੇ ਉਹ ਸ਼ੁਰੂ ਜਦੋਂ ਰਹਾਉ ਦੀ ਪੰਕਤੀ ਤੋਂ ਸ਼ੁਰੂ ਕਰਦੇ ਨੇ, ਉਹ ਕੀਰਤਨ ਵੀ ਰਹਾਉ ਦੀ ਪੰਕਤੀ ਤੋਂ ਸ਼ੁਰੂ ਕਰਦੇ ਨੇ। ਬਸ ਸਾਨੂੰ ਆਹ ਧਿਆਨ ਦੇਣ ਦੀ ਲੋੜ ਹੈ, ਉਹ ਸ਼ਬਦ ਦਾ ਵਿਸ਼ਾ ਵਸਤੂ ਸਾਨੂੰ ਦੇਖਣਾ ਪਵੇਗਾ, ਕਿਸ ਸੰਦਰਭ ਵਿੱਚ ਉਹ ਸ਼ਬਦ ਗੁਰੂ ਸਾਹਿਬ ਨੇ ਉਚਾਰਿਆ। ਠੀਕ ਹੈ ਜੀ, ਆਪਾਂ ਜਿਹੜਾ ਵਿਸ਼ਾ ਥੋੜਾ ਜਿਹਾ ਟੱਚ ਕੀਤਾ, ਆਪਾਂ ਇਹਦੇ ਬਾਰੇ ਜਿਹੜੇ ਵਹਿਮ ਭਰਮ ਤੇ ਗੁਰਬਾਣੀ, ਆਪਾਂ ਇਸ ਵੱਲ ਜਾਣਾ ਆ। ਗੱਲ ਆਪਾਂ ਇਹ ਕਰਦੇ ਹਾਂ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੀ ਆਪਾਂ ਗੱਲ ਸਾਂਝੀ ਕੀਤੀ ਹੈ ਕਿ ਜਦੋਂ ਅਹਿਮਦਾਬਾਦ ਤੇ ਚੜ੍ਹਾਈ ਕੀਤੀ ਤੇ ਉੱਥੇ ਦੇ ਜਿਹੜੇ ਸੀਗੇ ਜਾਦੂ ਟੂਣੇ ਕਰਨ ਵਾਲੇ ਕਹਿੰਦੇ ਆਲਮ ਦੀ ਕੋਈ ਗੱਲ ਨਹੀਂ, ਅਸੀਂ ਬਾਬਰ ਨੂੰ ਵੀ ਅੰਨਾ ਕਰ ਦਿਆਂਗੇ, ਅਸੀਂ ਤਾਂ ਜਾਦੂ ਟੂਣੇ ਜਾਣਦੇ ਹਾਂ। ਲੇਕਿਨ ਹੋਇਆ ਕੁਝ ਨਹੀਂ, ਬਿਲਕੁਲ ਸਿਮਿਲਰ। ਹੁਣ ਦਾ ਸਮਾਂ ਆ ਗਿਆ ਕਿ ਕਰੋਨਾ ਆਇਆ ਇਸ ਵੇਲੇ, ਹੁਣ ਦੁਨੀਆ ਦਾ ਕੋਈ ਵੀ ਜਿਹੜਾ ਸੰਤ ਜਾਂ ਲਾ ਲਓ ਇਦਾਂ ਦੇ ਜਾਦੂ ਟੂਣਿਆਂ ਵਾਲੇ ਉਹ ਹੁਣ ਨਹੀਂ ਸਾਹਮਣੇ ਆ ਰਿਹਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜੇ ਲੋਕਾਂ ਦਾ ਜਿਹੜਾ ਕਿ ਨਾ ਚੇਤਾ ਬਹੁਤ ਮਾੜਾ ਲੋਕਾਂ ਦਾ, ਲੋਕਾਂ ਨੇ ਹੁਣ ਕਿਹਾ ਵੀ ਹੈਗਾ ਵੀ ਬਹੁਤ ਚੁਣੌਤੀਆਂ, ਬਾਬੇ ਆਓ ਬਾਹਰ ਤੇ ਹੁਣ ਬੁੱਕਲਾਂ ਚ ਲਾਓ ਲੋਕਾਂ ਨੂੰ, ਹੁਣ ਲਵਾਓ। ਹੁਣ ਉਹ ਡਰਦੇ ਬਾਬੇ ਭੋਰਿਆਂ ਚ ਵੜ ਗਏ। ਸਾਡੇ ਸਾਹਮਣੇ ਉਹੀ ਹਾਲਾਤ ਨੇ ਤੇ ਇਹ ਇੰਜ ਨਹੀਂ ਹੋਣਾ। ਸਾਨੂੰ ਅੱਜ ਸਾਇੰਸ ਵਿਗਿਆਨ ਦਾ ਸਹਾਰਾ ਲੈਣਾ ਪੈਣਾ। ਉਸ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਜ਼ਬਤ ਵਿੱਚ ਰੱਖਣਾ। ਜੋ ਵਿਗਿਆਨੀ ਕਹਿੰਦੇ ਨੇ ਵੀ ਵਾਰ-ਵਾਰ ਹੱਥ ਧੋਵੋ ਸਾਬਣ ਨਾਲ, ਕਿਸੇ ਨਾਲ ਛੂਹੋ ਨਾ ਕਿਸੇ ਨੂੰ, ਤੇ ਬਾਹਰ ਇਕੱਠਾਂ ਵਿੱਚ ਨਾ ਜਾਓ। ਹੁਣ ਗੁਰਦੁਆਰੇ ਬੰਦ ਨੇ ਤੇ ਭਾਵੇਂ ਸਾਡੇ ਮੈਰਿਜ ਪੈਲੇਸਿਸ ਵੀ, ਬੈਂਕਟ ਹਾਲ ਬੰਦ ਨੇ ਤੇ ਉਹ 50 ਤੋਂ ਵੱਧ ਆਗਿਆ ਨਹੀਂ ਦਿੰਦੇ। ਤੇ ਇਸੇ ਤਰ੍ਹਾਂ ਜਿਹੜਾ ਫਿਊਨਰਲ ਹੋਮ ਆ, ਸੰਸਕਾਰ ਘਰ ਨੇ, ਉੱਥੇ 20 ਬੰਦੇ ਜਾ ਸਕਦੇ ਨੇ। ਇਹ ਮੈਂ ਤਾਂ ਕਹਿੰਦਾ ਇਹ ਗੁਰਮਤ ਦਾ ਮੇਰਾ ਖਿਆਲ ਹੈ ਸੰਦੇਸ਼। ਕਈ ਵਾਰੀ ਗੱਲਾਂ ਪੂਰੀਆਂ ਹੋ ਰਹੀਆਂ ਤੇ ਵੀ ਸਾਨੂੰ ਬਾਹਲਾ ਕੋਈ ਅਡੰਬਰ ਰਚਣ ਦੀ ਲੋੜ ਨਹੀਂ। ਜੇ ਤੁਸੀਂ ਜਿੰਨਾ ਕੁ ਸੰਜਮ ਵਰਤੋਗੇ ਤੁਹਾਡਾ ਖਰਚ ਬਚੂਗਾ। ਤੇ ਇਹ ਸਾਡਾ ਇਸ ਨਾਲੇ ਤਾਂ ਸੰਜਮ ਲਾਵਾਂਗੇ, ਨਾਲੇ ਇਹਦੇ ਵਿੱਚ ਜੋ ਕਾਨੂੰਨ ਦੀ ਪ੍ਰਕਿਰਿਆ ਨਾ ਉਹਦੇ ਅਸੀਂ ਆਗਿਆਕਾਰੀ ਬਣੀਏ ਤੇ ਆਪਣੇ ਆਪ ਨੂੰ ਚੰਗੇ ਸਾਬਤ ਕਰੀਏ ਵੀ ਕਿਸੇ ਕਾਨੂੰਨ ਦੀ ਉਲੰਘਣਾ ਨਾ ਕਰੀਏ। ਤੇ ਬਾਬਿਆਂ ਨੇ ਅਰਦਾਸ ਕਰਨ ਨਾਲ, ਅਖੰਡ ਪਾਠ ਰੱਖਣ ਨਾਲ ਕਦੇ ਇਹ ਗੱਲ ਪੂਰੀ ਨਹੀਂ ਹੋ ਸਕਦੀ। ਅਖੰਡ ਪਾਠ ਤਾਂ ਸਾਡੇ ਕਿੰਨੇ 500 ਸਾਲ ਤੋਂ ਰੱਖਦੇ ਆ ਰਹੇ ਅਸੀਂ। ਹੁਣ ਵੀ ਬਹੁਤ ਲੋਕ ਪਖੰਡ ਕਰਨਗੇ, 50 ਅਖੰਡ ਪਾਠ ਕਰ ਦਿਓ। ਜੇ ਕੋਈ ਬੱਚਾ ਬਿਮਾਰ ਵੀ ਉਹਨੂੰ ਵੀ ਕਹਿਣਗੇ। ਇਹਦਾ ਸਿਰਫ ਆਮਦਨ ਉਹਨਾਂ ਨੂੰ ਹੁੰਦੀ ਆ ਤੇ ਕਿਸੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਜਦੋਂ ਖਰਚ ਕਰਨਗੇ ਪੈਸੇ, ਭਲਾ ਨਹੀਂ ਹੋ ਸਕਦਾ। ਤੇ ਨਾ ਗੁਰਮਤ ਇਸ ਚੀਜ਼ ਨੂੰ ਮੰਨਦੀ। ਚਲੋ ਆਪਾਂ ਜਿਹੜੀ ਗੱਲ ਇਹ ਕਰ ਰਹੇ ਹਾਂ ਕਿ ਮੈਂ ਪੰਕਤੀ ਤੁਹਾਡਾ ਹੋਰ ਸਾਂਝੀ ਕਰਦਾ ਗੁਰਬਾਣੀ ਦੀ। ਭਗਤ ਜਿਹੜੇ ਹੋਏ ਨੇ ਭੱਟ ਸਾਹਿਬਾਨ, ਗੁਰੂ ਸਾਹਿਬ ਜੀ ਨੇ ਬੜਾ ਉਹਨੂੰ ਸਤਿਕਾਰ ਦਿੱਤਾ ਹੈ। ਕਹਿੰਦੇ ਕਿ ਉਹਨਾਂ ਨੇ ਰਚਨਾ ਵੀ ਬਾਣੀ ਵੀ ਇਹ ਹੈ ਕਿ ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸਿਆ ਮੁਖੋਂ ਪੰਡਿਤ ਮਿੱਠੇ, ਕਹਤਿਆ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਮਾਫ ਕਰਨਾ, ਇਸ ਤੋਂ ਪਹਿਲਾਂ ਦੀ ਪੰਕਤੀ ਸੰਨਿਆਸੀ ਤਪੱਸਿਆ ਮੁਖੋਂ ਪੰਡਿਤ ਮਿੱਠੇ, ਬਸ ਇਹ ਪਰਚੋ ਲਾਇਓ। ਬਸ ਇਹ ਕਿਨੇ ਨੂੰ ਪਰਚੋ ਲਾਇਓ। कहते कहती सुनी कहत को रहत को खुशी ना आयो। माफ करना, कहते कहती सुनी रहत को खुशी ना आयो। कहते मैनू बड़ा ਜਿਹੜੇ ਤਪਸਵੀ ਸੀਗੇ ਜਾਂ ਸੰਤ ਸੀਗੇ ਜਾਂ ਸਾਧ ਸੀਗੇ, ਭਗਤ ਭਿੱਖਾ ਜੀ ਇਹ ਗੱਲ ਕਹਿ ਰਹੇ ਕਿ ਮੈਂ ਬੜੇ ਟੋਲੇ ਬੜੇ ਲੱਭੇ ਪਰ ਨਹੀਂ ਮਿਲੇ। ਕਿਹਨੇ ਮੇਰਾ ਪਰਚੋ ਲਾਇਓ, ਕਹਿੰਦੇ ਪਰਚਾਇਆ ਨਹੀਂ ਮੈਨੂੰ ਕਿਸੇ ਨੇ ਵੀ, ਮੇਰੀ ਤਸੱਲੀ ਨਹੀਂ ਹੋਈ ਕਿਸੇ ਤੋਂ। ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਣਾ ਚਾਹੋਗੇ? ਦੇਖੋ, ਇਹ ਮੈਂ ਆਧਾਰ ਬਣਾਉਣਾ, ਮੈਂ ਆਪਣੀ ਪੁਸਤਕ ਵਿੱਚ ਵੀ ਦਿੱਤਾ, ਇਸ ਨੂੰ ਆਧਾਰ ਬਣਾਇਆ। ਇਹ ਅੱਜ ਦੇ ਹਾਲਾਤ ਨਹੀਂ, ਗੁਰੂ ਕਾਲ ਦੇ ਅੰਦਰ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਅਡੰਬਰ ਰਚਣ ਵਾਲੇ ਬਾਬੇ ਸੀ, ਬਹੁਤ ਗਿਣਤੀ ਵਿੱਚ। ਉਹ ਚਲੋ ਸਿੱਖ ਧਰਮ ਦੀ ਉਦੋਂ ਹੋਂਦ ਇੰਨੀ ਜਥੇਬੰਦਕ ਨਹੀਂ ਸੀ, ਪਰ ਉਸ ਤੋਂ ਪਹਿਲਾਂ ਵੀ ਜੋ ਅੱਜ ਨਾਗੇ ਸਾਧ ਜੰਗਲਾਂ 'ਚ ਬੈਠੇ ਨੇ, ਭੋਰਿਆਂ 'ਚ ਬੈਠੇ ਨੇ, ਉਹ ਲੋਕਾਂ ਨੂੰ ਹੱਥੀਂ ਕੰਮ ਨਹੀਂ ਸੀ ਕਰਦੇ ਤੇ ਲੋਕਾਂ ਤੋਂ ਹੀ ਖਾਂਦੇ ਪੀਂਦੇ ਸੀ। ਲੋਕਾਂ ਦੇ ਅੰਦਰ ਡਰ ਪੈਦਾ ਕੀਤਾ ਜਾਣਾ ਸੀ, ਤਪਸਵੀ ਨੇ, ਬੜੀ ਪੂਜਾ ਨੇ। ਹੁਣ ਗੁਰੂ ਸਾਹਿਬ ਨੇ ਇੱਕ ਬਹੁਤ ਸੋਹਣੀ ਇੱਕ ਸ਼ਰਤ ਰੱਖ ਦਿੱਤੀ, ਮਾਪਦੰਡ ਰੱਖ ਦਿੱਤਾ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੇ ਪਾਏ। ਇਹ ਸਾਨੂੰ ਇਹ ਆਧਾਰ ਰੱਖਣਾ ਚਾਹੀਦਾ। ਜੋ ਆਪਦੇ ਆਪ ਨੂੰ ਕੋਈ ਸੰਤ ਕਹਾਉਂਦਾ, ਬਾਬਾ ਖਵਾਉਂਦਾ ਤੇ ਹੱਥੀਂ ਕਿਰਤ ਨਹੀਂ ਕਰਦਾ,
ਉਹਨੂੰ ਸਿੱਖ ਧਰਮ ਕਦੇ ਪ੍ਰਵਾਨ ਨਹੀਂ ਕਰ ਸਕਦਾ। ਇਹ ਸਭ ਤੋਂ ਪਹਿਲਾਂ ਧਿਆਨ ਦੇਣ ਦੀ ਲੋੜ ਆ। ਗੁਰਪੀਰ ਸਦਾਏ ਮੰਗਣ ਜਾਏ, ਇਹਦਾ ਭਾਵ ਇਹ ਆ ਜੇ ਵਿਹਲਾ ਬਹਿ ਕੇ ਖਾਂਦਾ, ਹੱਥੀਂ ਕੰਮ ਨਹੀਂ ਕਰਦਾ, ਉਹ ਸਾਡੇ ਲਈ ਪ੍ਰਵਾਨ ਨਹੀਂ। ਉਹ ਸੰਤ ਨਹੀਂ ਹੋ ਸਕਦਾ, ਆਮ ਚੰਗਾ ਬੰਦਾ ਨਹੀਂ ਹੋ ਸਕਦਾ। ਇਹ ਸਾਨੂੰ ਬੜੇ ਸੌਖੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਦਾ ਇਹ ਵਾਕ ਆ, ਤੇ ਇਹ ਧਿਆਨ ਦੇਣ ਦੀ ਲੋੜ ਆ, ਇਹ ਪ੍ਰਚਾਰਨ ਦੀ ਲੋੜ ਆ। ਕੋਈ ਬਾਬਾ ਠੀਕ ਆ, ਸਤਿਕਾਰ ਹਸਤੀ ਹੋ ਸਕਦੀ ਆ, ਕਿਸੇ ਬੰਦੇ ਨੂੰ ਗੁਰਮਤਿ ਦਾ ਜ਼ਿਆਦਾ ਗਿਆਨ ਹੋ ਸਕਦਾ, ਕੋਈ ਕਥਾ ਵਧੀਆ ਕਰ ਸਕਦਾ, ਤੇ ਅਸੀਂ ਸਤਿਕਾਰ ਦਿਓ, ਪਰ ਉਹਨੂੰ ਬਾਬਾ ਨਾ ਬਣਾ ਦਿਓ। ਜਿਵੇਂ ਪਿੱਛੇ ਕਿਸੇ ਨੇ ਆਖਿਆ ਸੀ ਮੈਨੂੰ ਬਾਬਾ ਨਾ ਬਣਾ ਦਿਓ, ਤੇ ਬਾਬਾ ਨਹੀਂ, ਆਮ ਸਾਰੇ ਅਸੀਂ ਸਾਰੇ ਗੁਣੀ ਬਣੀਏ, ਗੁਰਮਤਿ ਸਿੱਖੀਏ, ਆਪ ਪੜ੍ਹੀਏ। ਕਿਸੇ ਕੋਲੋਂ ਅਰਦਾਸ ਕਰਾਉਣ ਦੀ ਲੋੜ ਨਹੀਂ, ਕਿਸੇ ਕੋਲੋਂ ਖੰਡ ਪਾਠ ਕਰਾਉਣ ਦੀ ਲੋੜ ਨਹੀਂ। ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਅੱਜ ਕੱਲ ਐਵੇਂ ਕਹਿੰਦੇ ਵੀ ਪਾਠ ਕਰਾ ਲਿਓ ਮਰਤਕ ਸੰਸਕਾਰ ਵੇਲੇ, 2-3 ਦਿਨ ਵਿਚਾਲੇ ਰਹਿੰਦੇ ਹੁੰਦੇ, ਫਿਰ ਕਹਿੰਦੇ ਸਹਿਜ ਪਾਠ ਪੂਰਾ ਕਰਤਾ। ਇਹ ਬਹੁਤ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ। ਤੇ ਕੋਈ ਪਾਠ ਕਈ ਵਾਰੀ ਨਹੀਂ ਹੁੰਦੇ ਇੰਨੇ, ਉਹਨਾਂ ਕੋਲ ਪ੍ਰੈਸ਼ਰ ਹੁੰਦਾ ਗੁਰਦੁਆਰਿਆਂ ਵਾਲੇ ਕੋਲ, ਕਿਉਂਕਿ ਮੈਂ ਇਨਸਾਈਡਰ ਵੀ ਰਿਹਾ, ਕਮੇਟੀ ਵੀ ਰਿਹਾ, ਇਹ ਇਹੋ ਜਿਹਾ ਕੰਮ ਹੁੰਦਾ ਰਿਹਾ। ਪਾਠ ਨਹੀਂ ਹੁੰਦੇ ਤੇ ਲੋਕਾਂ ਨੂੰ ਕਹਿ ਦਿੱਤਾ ਜਾਂਦਾ ਵੀ ਪਾਠ ਕੀਤਾ ਗਿਆ। ਇਹ ਸਾਨੂੰ ਬਚਣ ਦੀ ਲੋੜ ਆ। ਗੁਰੂ ਸਾਹਿਬ ਦੀ ਬਾਣੀ ਸਾਡੇ ਕੋਲ ਬਹੁਤ ਵੱਡਾ ਸਿੱਖਿਆ ਖਜ਼ਾਨਾ ਵਾ, ਇਹਨੂੰ ਅਸੀਂ ਕੌਡੀਆਂ ਦੇ ਭਾਅ ਨਾਲ ਵੇਚੀਏ। ਜੀ ਬੜੀ ਸੋਹਣੀ ਗੱਲ ਤੁਸੀਂ ਕਰ ਰਹੇ ਹੋ, ਕਿਉਂਕਿ ਗੁਰਬਾਣੀ ਜਿਹੜੀ ਆ ਉਹ ਸਾਡੇ ਵਹਿਮਾਂ ਤੇ ਭਰਮਾਂ ਨੂੰ ਕੱਢਦੀ ਆ, ਪਰ ਅਸੀਂ ਕੀ ਹੁੰਦਾ ਕਿ ਅਸੀਂ ਫਿਰ ਵੀ ਗੁਰੂ ਦੇ ਲੜ ਲੱਗ ਕੇ ਮੁੜ ਕੇ ਅਸੀਂ ਵਹਿਮ ਤੇ ਭਰਮ ਜਿਹੜੇ ਉਹਨਾਂ ਦੇ ਵਿੱਚ ਅਸੀਂ ਜਾ ਕੇ ਫਸਦੇ ਆ। ਇਸ ਗੱਲ ਦੀ ਘਾਟ ਕਿੱਥੇ ਆ ਜੀ? ਦੇਖੋ, ਕਿਉਂਕਿ ਸਾਡੀ ਜਿਹੜੀ ਹੈ ਨਾ ਮੁੱਖ ਸੰਸਥਾ ਸਮੱਸਿਆ ਉੱਥੇ ਸ਼ੁਰੂ ਹੁੰਦੀ ਆ। ਜੇ ਸੰਸਥਾ ਸਾਡੀ ਜੇ ਗੁਣੀ ਬੰਦਿਆਂ ਦੀ ਹੁੰਦੀ, ਸਚਿਆਰ ਹੁੰਦੇ ਨਾ, ਤੇ ਅਸੀਂ ਉਹ ਸਾਡੇ ਲਈ ਰੋਲ ਮਾਡਲ ਹੁੰਦੇ। ਬਾਕੀ ਦੂਸਰਾ ਕੋਈ ਕੁੰਡਾ ਹੁੰਦਾ, ਜੇ ਅੱਜ ਜੈਦਬਾਜੀ ਨਾਲ ਤੁਸੀਂ ਹੁਕਮਨਾਮੇ ਕੱਢੀ ਜਾਂਦੇ ਹੋ, ਜੈਦਬਾਜੀ ਨਾਲ ਲੋਕਾਂ ਨੂੰ ਛੇਕੀ ਜਾਂਦੇ ਹੋ, ਤੇ ਉਹ ਸਾਡੀ ਸਮੱਸਿਆ ਉੱਥੇ ਖੜੀ ਆ। ਤਾਂ ਹੀ ਸਾਡਾ ਪ੍ਰਚਾਰ ਪ੍ਰਭਾਵਸ਼ਾਲੀ ਨਹੀਂ ਹੋਇਆ। ਜੇ ਕੋਈ ਗੁਰਮਤਿ ਦੀ ਗੱਲ ਕਰਦਾ, ਉਹ ਤੇ ਹਮਲੇ ਹੋ ਰਹੇ ਨੇ, ਹਮਲੇ ਕਰਾਉਣ ਵਾਲੇ ਕੌਣ ਹੁੰਦਾ? ਵੈਸੇ ਇਹ ਵੀ ਪਤਾ ਲੱਗਿਆ, ਬੜੀਆਂ ਏਜੰਸੀਆਂ ਨੇ ਬੰਦੇ ਜੋ ਤੁਹਾਨੂੰ ਸਿੱਖੀ ਸਰੂਜ ਪਾ ਕੇ ਤੁਹਾਨੂੰ ਟਕਸਾਲਾਂ ਦੇ ਬੰਦੇ ਨੇ ਜਾਂ ਹੋਰ। ਸਾਨੂੰ ਪਹਿਲੀ ਗੱਲ ਦੇਖਣੀ ਚਾਹੀਦੀ, ਗੁਰੂ ਸਾਹਿਬ ਨੇ ਸਾਨੂੰ ਇੱਕ ਬਣਾਇਆ। ਜਾਤ ਪਾਤ, ਊਚ ਨੀਚ, ਭੇਦਭਾਵ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਆ ਨਾ, ਉਹ ਕਿਸੇ ਵੀ ਜਾਤ ਪਾਤ ਨੂੰ ਜਾਂ ਕਿਸੇ ਵੀ ਜਥੇ ਦੇ ਨਾਲ ਸੰਬੰਧਿਤ ਹੋਣ ਦੀ ਲੋੜ ਨਹੀਂ। ਉਹਨੂੰ ਇੰਨਾ ਹੀ ਗੌਰਵ ਹੋਵੇ ਕਿ ਮੈਂ ਗੁਰੂ ਦਾ ਸਿੱਖ ਹਾਂ ਤੇ ਗੁਰੂ ਦੇ ਲੜ ਲੱਗਿਆ ਹੋਇਆ। ਬਸ ਸਾਨੂੰ ਇਹ ਪ੍ਰਚਾਰ ਦੀ ਲੋੜ ਆ। ਤੇ ਗੁਰੂ ਸਾਹਿਬ ਨੇ ਕੋਈ ਪਾਂਡੇ ਨਹੀਂ ਭੇਜੇ, ਕੋਈ ਹਰਿਦੁਆਰ ਨਹੀਂ ਸੰਸਕ੍ਰਿਤ ਪੜ੍ਹਨ ਲਈ ਭੇਜੇ। ਇਹ ਇੱਕ ਲੋਕਾਂ ਨੂੰ ਇਹੋ ਜਿਹਾ ਵਹਿਮ ਖੜਾ ਕਰ ਦਿੱਤਾ, ਸਿਰਫ ਉਹਨਾਂ ਅਸਥਾਨਾਂ ਦੀ ਮਹਾਨਤਾ ਦਰਸਾਉਣ ਵਾਸਤੇ ਇਹੋ ਜਿਹੀਆਂ ਕਹਾਣੀਆਂ ਘੜੀਆਂ ਗਈਆਂ। ਸਾਨੂੰ ਉਹਨਾਂ ਕਹਾਣੀਆਂ ਤੋਂ ਲਾਂਭੇ ਹੋਣਾ ਪਵੇਗਾ। ਜੀ ਡਾਕਟਰ ਸਾਹਿਬ, ਮੈਂ ਆਪਣਾ ਥੋੜਾ ਜਿਹਾ ਦੂਜਾ ਵਿਸ਼ਾ ਟੱਚ ਕਰਾਂ ਕਿ ਕਾਮਾਗਾਟਾ ਮਾਰੂ ਜਹਾਜ਼, ਜਿਹੜਾ ਤੁਹਾਨੂੰ ਪਤਾ ਕਿ ਸਨ 1914 ਦੇ ਵਿੱਚ, ਜਿਹਦੇ ਵਿੱਚ ਤਕਰੀਬਨ 376 ਲੋਕ ਜਿਹੜੇ ਕੈਨੇਡਾ ਉਸ ਵਕਤ ਜਾਣਾ ਸੀਗਾ, ਤੇ ਉਹਦੇ ਵਿੱਚ ਸਵਾਰ ਸੀਗੇ। ਔਰ ਤੁਸੀਂ ਇੱਕ ਰਾਈਟਰ ਹੋ, ਤੁਸੀਂ ਇੱਕ ਜਰਨਲਿਸਟ ਵੀ ਹੋ, ਤੁਸੀਂ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਸਾਡੇ ਪਹਿਲਾਂ ਦਰਸ਼ਕਾਂ ਨੂੰ ਜ਼ਰੂਰ ਇਸ ਬਾਰੇ ਜਾਣਕਾਰੀ ਦਿਓ। ਦੇਖੋ, ਕਾਮਾਗਾਟਾ ਨਾ ਮਾਰੂ, ਇਹ ਜਾਪਾਨੀ ਬੋਲੀ ਦਾ ਸ਼ਬਦ ਆ। ਉਹ ਹਰ ਇੱਕ ਜਹਾਜ਼ ਜੋ ਹੁੰਦੇ ਨੇ, ਉਹ ਮਾਰੂ ਲਿਖਿਆ ਹੋ। ਜਹਾਜ਼ ਦੇ ਨਾਮ ਤੋਸ਼ਾ ਮਾਰੂ, ਕਾਮਾਗਾਟਾ ਮਾਰੂ। ਮਾਰੂ ਉਹਨਾਂ ਦਾ ਇੱਕ ਸ਼ਬਦ ਹੈ ਜਹਾਜ਼ ਜੀ, ਜਿਹੜੀ ਸਮੁੰਦਰੀ ਜਹਾਜ਼ਾਂ ਵਾਸਤੇ। ਇਹ ਸ਼ਬਦ ਤਾਂ ਵਰਤਿਆ ਗਿਆ ਕਿ ਉਹ ਜੈਪਨੀਜ਼ ਇਹ ਸੀਗਾ ਜਹਾਜ਼। ਤੇ ਇਹ ਸਾਨੂੰ ਜਿਵੇਂ ਬਾਬਾ ਗੁਰਦਿੱਤ ਸਿੰਘ ਨੇ ਮਹਿਸੂਸ ਕੀਤਾ ਵੀ ਹੋ ਸਕਦਾ ਅਸੀਂ ਜਿਹੜਾ ਇਹ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਚੈਲੰਜ ਕਰ ਸਕੀਏ, ਤੇ ਉਹਦੇ ਵਿੱਚ ਇਹ ਵੀ ਇਤਿਹਾਸ ਅੰਦਰ ਉਹਨੂੰ ਦੋਸ਼ੀ ਠਹਿਰਾਉਣ ਦਾ ਯਤਨ ਕੀਤਾ ਗਿਆ। ਤੇ 376 ਬੰਦੇ, ਕਿਉਂਕਿ ਉਦੋਂ ਇੰਨੀ ਸਮਰੱਥਾ ਨਹੀਂ ਸੀ, ਬੰਦੇ ਕੋਈ ਡਰਦੇ ਸੀ। ਬ੍ਰਿਟਿਸ਼ ਗਵਰਨਮੈਂਟ ਦਾ ਕਾਨੂੰਨ ਸੀ, ਉਹਨਾਂ ਦੀ ਸਖਤੀ ਸੀ ਵੀ ਕੋਈ ਜਹਾਜ਼ ਜਿਹੜੀ ਕੰਪਨੀ ਸੀ ਟਿਕਟਾਂ ਨਾ ਦੇਣ, ਖਾਸ ਕਰਕੇ ਭਾਰਤੀ ਲੋਕਾਂ ਨੂੰ। ਤੇ ਉਹ ਲੁਕਵੇਂ ਤਰੀਕੇ ਨਾਲ 1908 ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਸੀ, ਲਗਾਤਾਰ ਸਫ਼ਰ ਦਾ ਕਾਨੂੰਨ।
ਉਹਦੇ ਵਿੱਚ ਭਾਵੇਂ ਕਿਸੇ ਜੀ ਉਲੇਖ ਨਹੀਂ ਕੀਤਾ ਕਿਸੇ ਦੇਸ਼ ਦਾ, ਪਰ ਇਹਨਾਂ ਨੂੰ ਕੈਨੇਡੀਅਨ ਸਰਕਾਰ ਨੂੰ ਪਤਾ ਸੀ ਵੀ ਜਿਹੜੀ ਕਲਕੱਤੇ ਤੋਂ ਕੋਈ ਸਿੱਧਾ ਜਹਾਜ਼ ਕੈਨੇਡਾ ਜਾਂ ਯੂਐਸ ਨਹੀਂ ਸੀ ਆਉਂਦਾ, ਤੇ ਉਹਨਾਂ ਨੇ ਇਸ ਕਰਕੇ ਸ਼ਰਤ ਲਗਾ ਦਿੱਤੀ ਵੀ ਜਿਹੜਾ ਕੋਈ ਬੰਦਾ ਇੱਥੇ ਆਉਣਾ ਚਾਹੂਗਾ ਉਹ ਲਗਾਤਾਰ ਸਫ਼ਰ ਕਰਕੇ ਹੀ ਆਵੇ। ਤੇ ਉਹ ਪਹਿਲੀ ਗੱਲ ਤਾਂ ਇਹ ਉਹਨਾਂ ਦਾ ਬੜਾ ਵੱਡਾ ਅੜਿੱਕਾ ਸੀ। ਬਾਬਾ ਜੀ ਨੂੰ ਕੋਈ ਜਹਾਜ਼ ਕਲਕੱਤੇ ਤੋਂ ਨਹੀਂ ਮਿਲਿਆ, ਇਹ ਕਾਮਾਗਾਟਾ ਮਾਰੂ ਜਹਾਜ਼ ਹਾਂਗਕਾਂਗ ਤੋਂ ਚਲਾਉਣਾ ਪਿਆ, ਤੇ ਉਹਨਾਂ ਨੇ ਇੱਕ ਇਹ ਵੀ ਚਲਾ ਦਿੱਤਾ। ਤੇ ਪਰ ਹਾਂਗਕਾਂਗ ਘੱਟੋ ਘੱਟ ਸੀ ਬ੍ਰਿਟਿਸ਼ ਸਬਜੈਕਟ ਸੀ, ਕਿਉਂਕਿ ਜਿਹੜੀ ਕਲੋਨੀ ਸੀ ਭਾਰਤ ਦੀ ਉਹ ਬ੍ਰਿਟਿਸ਼ ਕਲੋਨੀ ਸੀ, ਤੇ ਜਿਹੜੀ ਕੈਨੇਡੀਅਨ ਸੀ ਇਹ ਵੀ ਬ੍ਰਿਟਿਸ਼ ਕਲੋਨੀ ਸੀ। ਉਹਦੇ ਵਿੱਚ ਕੋਈ ਡਿੱਕਾ ਨਹੀਂ ਸੀ ਬਣਦਾ, ਹੱਕ ਸੀ ਸਾਡਾ ਬਤੌਰ ਬ੍ਰਿਟਿਸ਼ ਨਾਗਰਿਕ। ਤੇ ਪਰ ਇਹ ਜਿਹੜਾ ਇਹਦਾ ਮਤਲਬ ਜਦੋਂ ਡਿਸਕ੍ਰਿਮੀਨੇਸ਼ਨ ਜੋ ਵਿਤਕਰਾ ਕੀਤਾ ਜਾਂਦਾ ਸੀ, ਇਹ ਇਹਨਾਂ ਦੀ ਖਾਸ ਲਿਖਤਾਂ 'ਚ ਮਿਲਦਾ। ਇਹਨਾਂ ਨੇ ਲੱਖਾਂ ਡਾਲਰ ਜਿਹੜੇ ਗੋਰੇ ਲੋਕਾਂ ਦੀ ਇਮੀਗ੍ਰੇਸ਼ਨ ਵਾਸਤੇ ਖਰਚ ਕੀਤੇ, ਉਹਨਾਂ ਨੂੰ ਨਗਦ ਪੈਸੇ ਵੀ ਦਿੰਦੇ ਸੀ। ਯੂਰਪੀਅਨ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਸਾਡੇ ਏਸ਼ੀਅਨ ਲੋਕਾਂ ਦੇ ਮੁਕਾਬਲੇ ਤੇ। ਪਰ ਬਾਬਾ ਜੀ ਦਾ ਯਤਨ ਸੀ, ਬਾਬਾ ਗੁਰਦਿੱਤ ਸਿੰਘ ਦਾ, ਤੇ ਪਰ ਉਹ ਸਾਡਾ ਇੱਕ ਕਾਲਾ ਧੱਬਾ ਕੈਨੇਡਾ ਦੇ ਇਤਿਹਾਸ ਵਿੱਚ ਹੈ। ਤੇ ਕੈਨੇਡੀਅਨ ਸਰਕਾਰ ਨੇ ਚਲੋ ਮਾਫੀ ਵੀ ਮੰਗ ਲਈ ਇਹਦੀ, ਤੇ ਉਹ ਬੜਾ ਚੰਗਾ ਸਾਡੇ ਲਈ ਇਤਿਹਾਸਕ ਜਿੱਤ ਆ। ਪਰ ਇਹ ਕਾਮਾਗਾਟਾ ਮਾਰੂ ਇੱਕ ਇੱਥੋਂ ਦਾ ਜਿਹੜਾ ਕਾਨੂੰਨ ਸੀ ਉਹਨੂੰ ਚੈਲੰਜ ਕਰਨ ਦੀ ਖਾਤਰ, ਇੱਕ ਟੈਸਟ ਕਰਨ ਦੀ ਖਾਤਰ ਕੀਤਾ ਸੀ। ਤੇ ਇਹ ਬੜਾ ਵੱਡਾ ਦੁਖਾਂਤ ਸੀ ਜੋ ਕਿ ਸਾਡੇ ਮੁਸਾਫਰ ਨਹੀਂ ਉਤਰੇ। ਫਿਰ ਮੁਸਾਫਰਾਂ ਨੇ ਜੋ ਧੱਕਾ ਕੀਤਾ, ਉੱਥੇ ਵਾਪਸ ਗਿਆ, ਉਹਨੂੰ 2-2.5 ਮਹੀਨੇ ਤੁਸੀਂ ਸਫ਼ਰ 'ਚ ਰਹਿੰਦੇ ਹੋ, 2-2.5 ਮਹੀਨੇ ਇੱਥੇ ਤੁਹਾਨੂੰ ਵਿੱਚ ਜਹਾਜ਼ ਦੇ ਬਹਿਣਾ ਪਿਆ, ਤੇ ਉਹਨਾਂ ਨੂੰ ਫਿਰ ਗੋਲੀਆਂ ਨਾਲ ਭੁੰਨਿਆ, ਕੁਝ ਬਚ ਗਏ। ਇਹ ਸਾਡੇ ਲਈ ਇੱਕ ਬੜਾ ਮੇਰਾ ਖਿਆਲ ਹੈ ਸਾਨੂੰ ਇਸ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਵੀ ਕਿਉਂ ਹੋਇਆ, ਕਿਉਂ ਵਿਤਕਰਾ ਹੋਇਆ, ਤੇ ਇਹ ਕਿਤੇ ਭਵਿੱਖ ਵਿੱਚ ਇਹੋ ਜਿਹੀ ਗੱਲ ਨਾ ਵਾਪਰੇ, ਤੇ ਸਾਨੂੰ ਸੁਚੇਤ ਹੋਣਾ ਪਵੇਗਾ। ਜਿਵੇਂ ਤੁਸੀਂ ਬਿਲਕੁਲ ਗੱਲ ਸਹੀ ਕੀਤੀ ਹੈ ਕਿ ਇਹ ਇੱਕ ਜਾਪਾਨ ਦਾ ਜਿਹੜਾ ਇਹ ਜਹਾਜ਼ ਸੀਗਾ ਜਿਹੜਾ ਪਾਣੀ ਦੇ ਵਿੱਚ ਚੱਲਣ ਵਾਲਾ, ਤੇ ਕਾਮਾਗਾਟਾ ਮਾਰੂ ਜਿਹੜਾ ਉਹ ਜਹਾਜ਼ ਦੇ ਵਾਸਤੇ ਵਰਤਦੇ ਨੇ ਪਿੱਛੇ। ਤੇ ਕਹਿੰਦੇ ਜਦੋਂ ਹਾਂਗਕਾਂਗ ਤੋਂ ਚੱਲਿਆ ਤੇ ਫਿਰ ਕਈ ਮੁਲਕਾਂ ਦੇ ਵਿੱਚ ਦੀ ਹੁੰਦਾ ਹੋਇਆ ਇਹ ਯੋਕੋਹਾਮਾ ਵੀ ਗਿਆ, ਜਾਪਾਨ ਦੇ ਵਿੱਚ ਵੀ ਗਿਆ, ਤੇ ਜਦੋਂ ਕੈਨੇਡਾ ਜਾ ਕੇ ਪਹੁੰਚਿਆ ਤੇ ਉਸ ਵਕਤ ਫਿਰ ਇਸ ਨੂੰ ਜਿਹੜੇ ਮੁਸਾਫਰ ਸੀਗੇ ਇਹਦੇ ਵਿੱਚ, ਉਹਦੇ ਵਿੱਚੋਂ ਕਹਿੰਦੇ ਕੁਝ ਮੁਸਾਫਰ ਜਿਹੜੇ ਆ ਉਹ ਕੈਨੇਡਾ ਵਾਲਿਆਂ ਨੇ ਅਸੈਪਟ ਕਰ ਲਏ ਸੀਗੇ। ਤਕਰੀਬਨ ਲਗਭਗ 24 ਜਾਂ 26 ਕਿੰਨੇ ਕੁ ਜਿਹੜੇ ਸੀਗੇ ਉਹਦੇ ਵਿੱਚ, ਉਹ ਕਹਿੰਦੇ ਕਿ ਉਹਨਾਂ ਨੇ ਅਸੈਪਟ ਕਰ ਲਿਆ ਵੀ ਇਹ ਬੰਦੇ ਇੱਥੇ ਰਹਿ ਸਕਦੇ ਆ। ਤੇ ਪਾਸੇ ਜਿਹੜੇ ਭਾਰਤੀ ਸੀਗੇ ਉਹ ਉਹਨਾਂ ਨੇ ਕਿਹਾ ਕਿ ਇਹ ਨਹੀਂ ਰਹਿ ਸਕਦੇ। ਇਹ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਸੀਗੀ ਇਹਨੂੰ ਚੈਲੰਜ ਦੇਣ ਵਾਸਤੇ ਬਾਬਾ ਗੁਰਦਿੱਤ ਸਿੰਘ ਨੇ ਜਿਹੜਾ ਇਹ ਕਦਮ ਉਠਾਇਆ ਸੀਗਾ। ਤੇ ਇਹਦੇ ਬਾਰੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਕਿ ਉਸ ਵੇਲੇ ਤੋਂ ਲੈ ਕੇ ਹੁਣ ਦੇ ਸਮੇਂ ਦੇ ਵਿੱਚ ਕੋਈ ਬਦਲਾਅ ਤੁਸੀਂ ਜਿਹੜਾ ਚੇਂਜਿੰਗ ਜਿਹੜੀਆਂ ਕੀ ਉਹਦੇ ਵਿੱਚ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਕੀ ਉਹਦੇ ਵਿੱਚ ਬਦਲਾਅ ਜਿਹੜੇ ਆਏ? ਦੇਖੋ ਜਿਹੜੇ ਉਹ ਗੱਲ ਤੁਹਾਡੀ ਠੀਕ ਆ। 20 ਮੁਸਾਫਰਾਂ ਨੂੰ ਉਤਰਨ ਦੀ ਆਗਿਆ ਦਿੱਤੀ ਗਈ ਸੀ। ਉਹ 20 ਮੁਸਾਫਰ ਉਹ ਸਨ ਜੋ ਡੋਮਿਸਾਈਲ ਸਨ, ਪਹਿਲਾਂ ਇੱਥੇ ਰਹਿ ਚੁੱਕੇ ਸਨ, ਉਹਨਾਂ ਨੂੰ ਆਗਿਆ ਦੇ ਦਿੱਤੀ ਸੀ। ਤੇ ਦੂਸਰੇ ਸੀ ਸਰਕਾਰ ਨੇ ਆਪਣੇ ਏਜੰਟ ਵੀ ਹਾਂਗਕਾਂਗ ਤੋਂ ਵਿੱਚ ਚਾੜ ਦਿੱਤੇ ਸੀ। ਡਾਕਟਰ ਰਘੂਨਾਥ ਸਿੰਘ ਉਹ ਸਰਕਾਰੀ ਏਜੰਟ ਸੀ, ਡਾਕਟਰ ਸੀ ਉਹਨੂੰ ਵੀ ਬਾਅਦ ਚ ਰਹਿਣ ਦੀ ਆਗਿਆ ਮਿਲ ਗਈ ਸੀ। ਉਹਦੀ ਘਰ 2 ਵਾਈਫ ਸੀਗੀਆਂ। ਤੇ ਜਿਹੜੀ ਅੱਜ ਤੁਸੀਂ ਆਪਾਂ ਸੋਚਦੇ ਹੋ ਹੁਣ ਜਿਹੜੀ ਰਾਜਨੀਤੀ ਵਿੱਚ ਵੀ ਸਾਨੂੰ ਸ਼ਾਮਲ ਹੋਣਾ ਚਾਹੀਦਾ। ਕੈਨੇਡਾ ਵਿੱਚ ਜਿਹੜੀ ਸਥਿਤੀ ਹੈ ਬੜੀ ਚੰਗੀ ਹੈ ਸਿੱਖਾਂ ਦੀ, ਪਰ ਅਜੇ ਵੀ ਸਾਨੂੰ ਲੋੜ ਆ ਅਸੀਂ ਲੀਡਰਸ਼ਿਪ 'ਚ ਜਾਂ ਰਾਜਨੀਤੀ 'ਚ ਉਹਨਾਂ ਲੋਕਾਂ ਨਹੀਂ ਆਉਣਾ ਚਾਹੀਦਾ ਜੋ ਪੜ੍ਹੇ ਲਿਖੇ ਨੇ, ਜਿਨ੍ਹਾਂ ਦਾ ਕੋਈ ਲਾਲਚ ਨਹੀਂ। ਇਹ ਕਿਤੇ ਜਿਹੜੀ ਭਾਰਤੀ ਵਾਲੀ ਲੀਡਰਸ਼ਿਪ ਹੈ ਨਾ, ਜਿਵੇਂ ਲੋਕ ਉੱਥੇ ਰਾਜਨੀਤੀ 'ਚ ਆਉਂਦੇ ਨੇ ਲੋਕਾਂ ਨੂੰ ਠੱਗਣ ਲਈ, ਜਾਂਦੀ ਲੋਕਾਂ ਦਾ ਧਨ ਵੀ ਖਾਣ ਲਈ, ਅਮੀਰ ਹੋਣ ਲਈ, ਉਹ ਨੀਤੀ ਮਨ 'ਚ ਰੱਖ ਕੇ ਨਹੀਂ ਰਾਜਨੀਤੀ 'ਚ ਆਉਣਾ ਚਾਹੀਦਾ। ਤੁਸੀਂ ਲੋਕਾਂ ਦੀ ਸੇਵਾ ਜਾਂ ਆਪਣੀ ਵਿਦਵਤਾ, ਆਪਣੀ ਯੋਗਤਾ ਸਾਬਤ ਕਰਨ ਲਈ ਰਾਜਨੀਤੀ 'ਚ ਆਓ। ਉਹਦਾ ਸਾਡੇ ਲੋਕਾਂ ਦਾ ਭਲਾ ਕਰੋ, ਇਕੱਲੇ ਸਾਡੇ ਲੋਕਾਂ ਦਾ ਨਹੀਂ, ਮਨੁੱਖੀ ਅਧਿਕਾਰਾਂ ਦੀ ਖਾਤਰ। ਜਿਹੜਾ ਸਾਡੀ ਅੱਜ ਲੋੜ ਆ ਨਾ, ਕਿਤੇ ਵੀ ਧੱਕਾ ਹੁੰਦਾ ਹੋਵੇ ਦੁਨੀਆ ਦੇ ਵਿੱਚ, ਉਹ ਸਿੱਖ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਬਹੁਤ ਸਾਲ ਤੱਕ ਅਸੀਂ ਇਹਦੇ ਅਵੇਸਲੇ ਰਹੇ, ਸਿੱਖ ਸਿਧਾਂਤਾਂ ਦੀ ਪ੍ਰਤੀ ਅਣਗਹਿਲੀ ਹੋਈ, ਅਸੀਂ ਆਵਾਜ਼ ਨਹੀਂ ਉਠਾਈ। ਜਿਵੇਂ ਪਿੱਛੇ ਆਵਾਜ਼ ਕਸ਼ਮੀਰੀ ਵਿਦਿਆਰਥੀਆਂ ਨੂੰ ਧੱਕਾ ਹੁੰਦਾ ਸੀ, ਜਦੋਂ ਸਾਡੇ
ਸਿੱਖਾਂ ਨਾਲ ਧੱਕਾ ਕੀਤਾ, ਸਿੱਖਾਂ ਨੂੰ ਯੂਨੀਫਾਰਮ ਵਿੱਚ ਵੀ ਉੱਥੇ ਜਿਹੜੇ ਸੀਗੇ ਉਹਨਾਂ ਨੂੰ ਵੀ ਮਾਰਿਆ ਗਿਆ 1984 ਚ। ਸਾਨੂੰ ਇਹ ਦੇਖਣਾ ਪਵੇ ਅਸੀਂ ਦੂਜੀਆਂ ਕੌਮਾਂ ਦੇ ਨਾਲ ਰਲ ਕੇ ਕਿਵੇਂ ਤੁਰਨਾ, ਦੂਜੀਆਂ ਕੌਮਾਂ ਦੇ ਜਿਹੜਾ ਹੈਗੀ ਕਿਵੇਂ ਮਦਦ ਲੈਣੀ ਹੈ ਤੇ ਉਹਨਾਂ ਨੂੰ ਕਿਵੇਂ ਮਦਦ ਕਰਨੀ ਹੈ। ਅਸੀਂ ਮਨੁੱਖੀ ਅਧਿਕਾਰਾਂ ਲਈ ਸੇਵਾ ਭਾਵਨਾ ਨਾਲ ਅਸੀਂ ਉਹਨਾਂ ਦੇ ਮਨ ਜਿੱਤ ਸਕਦੇ ਹਾਂ। ਜਿਵੇਂ ਅੱਜ ਕਰੋਨਾ ਵਿੱਚ ਚਾਹੇ ਨਿਊਜ਼ੀਲੈਂਡ ਹੋਵੇ ਚਾਹੇ US ਵਿੱਚ ਹੋਵੇ, ਸਿੱਖਾਂ ਦੀ ਚੜ੍ਹਦੀ ਕਲਾ ਹੋਈ ਆ, ਫਿਰ ਵੀ ਸਾਨੂੰ ਧਿਆਨ ਦੇਣ ਦੀ ਲੋੜ ਆ ਵੀ ਅਸੀਂ ਇਹਨਾਂ ਦੇ ਕਾਨੂੰਨ ਅਨੁਸਾਰ ਰਹਿ ਕੇ ਤੇ ਆਪਣੇ ਮਨ ਸਚਾਰ ਬਣਾ ਕੇ ਅੱਜ ਸ਼ਾਮਲ ਰਾਜਨੀਤੀ ਵਿੱਚ ਸ਼ਾਮਲ ਜ਼ਰੂਰ ਹੋਈਏ, ਪਰ ਹਰ ਇੱਕ ਜੰਪ ਕਰਕੇ ਨਹੀਂ ਵੀ ਜਿਹੜੇ ਛਾਲ ਮਾਰੋ। ਜਿਹੜਾ ਆਪਣੇ ਆਪ ਨੂੰ ਯੋਗ ਹੁੰਦਾ ਤੁਸੀਂ ਉਹਨਾਂ ਲੋਕਾਂ ਨੂੰ ਚੁਣੀਏ ਤਾਂ ਜਿਹੜੀਆਂ ਕੰਮ ਘੱਟ ਮਾਰੂ ਵਰਗੀਆਂ ਸਮੱਸਿਆਵਾਂ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਉਹ ਜਿਹੀ ਉਲੰਘਣਾ ਤਾਂ ਮੁੜ ਕੇ ਨਾ ਹੋਵੇ ਭਵਿੱਖ ਵਿੱਚ, ਜੇ ਅਸੀਂ ਇਹ ਬਹੁਤ ਗਿਣਤੀ ਦੇ ਸਮਾਜ ਨਾਲ ਰਲ ਕੇ ਚੱਲਾਂਗੇ ਤੇ ਆਪਣੇ ਯੋਗ ਨੇਤਾ ਪੈਦਾ ਕਰੀਏ ਤੇ ਆਪਣੇ ਆਪ ਨੂੰ ਲੈਸ ਕਰੀਏ ਵਿਦਿਆ ਨਾਲ, ਤਾਂ ਇਹ ਗੱਲਾਂ ਭਵਿੱਖ ਵਿੱਚ ਨਹੀਂ ਵਾਪਰਨਗੀਆਂ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਬਿਲਕੁਲ ਜੀ, ਜਿਵੇਂ ਤੁਸੀਂ ਰਾਜਨੀਤੀ ਦੀ ਵੀ ਗੱਲ ਕੀਤੀ ਹੈ, ਕਿਉਂਕਿ ਉਦੋਂ ਵੀ ਜਿਹੜਾ ਇਹ ਜਹਾਜ਼ ਸੀਗਾ ਉਹ ਇੱਕ ਰਾਜਨੀਤੀ ਸੀ, ਉਹਦੇ ਵਿੱਚ ਵੀ ਜਿਹੜੀ ਵਰਤੀ ਜਿਹੜਾ ਵਾਪਸ ਭੇਜਿਆ ਉਹਦੇ ਵਿੱਚੋਂ ਕਿ ਤੁਸੀਂ ਜਿਵੇਂ ਦੱਸਿਆ 20 ਬੰਦਿਆਂ ਨੂੰ ਜਿਨ੍ਹਾਂ ਕੋਲ ਪਹਿਲਾਂ ਉੱਥੇ ਦੀ ਸਿਟੀਜ਼ਨਸ਼ਿਪ ਸੀਗੀ ਉਹਨਾਂ ਨੂੰ ਉੱਥੇ ਜਿਹੜਾ ਲੈਂਡ ਹੋਣ ਦਿੱਤਾ ਗਿਆ। ਪਰ ਉਸ ਤੋਂ ਬਾਅਦ ਜਹਾਜ਼ ਜਿਹੜਾ ਸੀਗਾ ਉਹ ਕਲਕੱਤਾ ਦੇ ਜਿਹੜੇ ਬਜਬਜ ਘਾਟ ਤੇ ਜਦੋਂ ਗਿਆ ਤੇ ਉੱਥੇ ਫਿਰ ਗੋਲੀਆਂ ਉਹਨਾਂ ਤੇ ਚਲਾਈਆਂ ਗਈਆਂ। ਤਕਰੀਬਨ 14 ਕੁ ਬੰਦੇ ਜਿਹੜੇ ਉਦੋਂ ਮੌਤ ਦੇ ਘਾਟ ਵੀ ਉਤਾਰੇ ਗਏ। ਤੁਸੀਂ ਇੱਕ ਬੜਾ ਵਧੀਆ ਪੁਆਇੰਟ ਦਿੱਤਾ ਕਿ ਜਿਹੜਾ ਰਾਜਨੀਤੀ ਹੈ, ਕਿਉਂਕਿ ਅੱਜ ਕੱਲ੍ਹ ਡੈਮੋਕ੍ਰੇਸੀ ਦਾ ਰਾਜ ਆ। ਤੁਹਾਨੂੰ ਪਤਾ ਕਿ ਡੈਮੋਕ੍ਰੇਸੀ ਜਿਹੜੀ ਆ ਉਹ ਬਹੁਤ ਮੁਲਕਾਂ ਦੇ ਵਿੱਚ ਡੈਮੋਕ੍ਰੇਸੀ ਇਸ ਵੇਲੇ ਚੱਲ ਰਹੀ ਆ। ਹੁਣ ਜੇ ਮੈਂ ਗੱਲ ਕਰਾਂ ਕਿ ਕੈਨੇਡਾ ਦੇ ਮੁਕਾਬਲੇ UK ਵਿੱਚ ਜਾਂ ਅਮਰੀਕਾ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ, ਪੰਜਾਬੀ ਬੱਚੇ ਨੇ ਜਿਹੜੇ, ਉਹ ਬਹੁਤ ਘੱਟ ਰਾਜਨੀਤੀ ਵਿੱਚ ਆ ਰਹੇ ਨੇ। ਜਦ ਕਿ ਕੈਨੇਡਾ ਦੇ ਵਿੱਚ ਸੱਜਣ ਸਿੰਘ ਜੀ ਜਾਂ ਆਪਾਂ ਜਗਮੀਤ ਸਿੰਘ ਜੀ ਦੇਖੀਏ ਜਿਹੜੇ ਆਪੋਜੀਸ਼ਨ ਪਾਰਟੀ ਦੇ ਲੀਡਰ ਨੇ, ਉਹ ਵੀ ਬੱਚੇ ਅੱਗੇ ਆਏ ਨੇ ਤੇ ਉੱਭਰੇ ਨੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜੇ ਜਿਵੇਂ UK ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਿਹੜੇ ਸਾਡੇ ਬੱਚੇ ਆ ਇਹ ਰਾਜਨੀਤੀ ਤੋਂ ਪਿੱਛੇ ਜਾ ਰਹੇ ਆ, ਉਹਨਾਂ ਨੂੰ ਕਿਹੜੇ ਉਪਰਾਲੇ ਕਰਨੇ ਚਾਹੀਦੇ ਆ? ਦੇਖੋ ਕਈ ਥਾਈਂ ਤਾਂ ਚੰਗਾ ਹੁੰਗਾਰਾ ਮਿਲਿਆ, ਜਿਵੇਂ 2-3 ਸਰਦਾਰ ਅਮਰੀਕਾ ਦੇ ਵਿੱਚ ਮੇਅਰਸ ਬਣੇ ਨੇ, ਤੇ ਇਸ ਤਰ੍ਹਾਂ ਹੀ ਤੁਹਾਡੇ ਇੰਗਲੈਂਡ 'ਚ ਲੰਡਨ ਦਾ ਮੇਅਰ ਕਿਸੇ ਵਕਤ ਵੀ ਕੋਈ ਸਰਦਾਰ ਬਣੇ ਜਾਂ ਕੋਈ ਟਾਊਨਾਂ ਦੇ ਸਰਦਾਰ ਬਣ ਗਏ ਸੀ 1-2। ਉਹ ਲੋਕਾਂ ਦਾ ਤੁਸੀਂ ਜਦੋਂ ਤੁਹਾਡੇ ਲੋਕਲ ਰਾਜਨੀਤੀ ਵਿੱਚ ਤੁਸੀਂ ਆਪਣੇ ਪ੍ਰਭਾਵ ਨਾਲ ਲੋਕਾਂ ਦੇ ਮਨ ਜਿੱਤ ਸਕਦੇ ਹੋ। ਜੇ ਤੁਹਾਡੇ ਕੋਲ ਵਿਦਿਆ ਵੀ ਹੈ ਤੇ ਨਾਲ ਤੁਸੀਂ ਸਚਿਆਰ ਹੋ, ਚੀਟ ਨਹੀਂ ਕਰਦੇ, ਧੋਖਾ ਨਹੀਂ ਕਰਦੇ, ਸਾਰਿਆਂ ਨੂੰ ਕੋਈ ਭੇਦਭਾਵ ਨਹੀਂ ਰੱਖਦੇ, ਵਿਤਕਰਾ ਨਹੀਂ ਕਰਦੇ ਨਸਲ ਦੇ ਤੌਰ ਤੇ, ਉਹ ਤੁਸੀਂ ਉਹਨਾਂ ਦੇ ਮਨ ਜਿੱਤ ਸਕਦੇ ਹੋ। ਪਰ ਸਭ ਤੋਂ ਵੱਡੀ ਅਮਰੀਕਾ ਦੇ ਵਿੱਚ ਇਹ ਸਮੱਸਿਆ ਹੈ, ਪਿੱਛੇ ਲੌਬੀਜ਼ ਬਹੁਤ ਤਗੜੀ ਆ, ਤੇ ਜਿਹੜੀਆਂ ਸਿੱਖ ਵਿਰੋਧੀ ਏਜੰਸੀਆਂ ਨੇ ਉਹ ਕੈਨੇਡਾ ਵਿੱਚ ਪਿੱਛੇ ਪਤਾ ਲੱਗਿਆ ਸੀ ਜਦੋਂ ਟਰੂਡੋ ਦੀ ਸਰਕਾਰ ਆਈ ਆ, ਉਹਦੇ ਵਿੱਚ ਭਾਰਤ ਦੀਆਂ ਏਜੰਸੀਆਂ ਨੇ ਟਰੂਡੋ ਦੇ ਵਿਰੁੱਧ ਮਦਦ ਲੋਕਾਂ ਦੀ ਕੀਤੀ ਤੇ ਟਰੂਡੋ ਦਾ ਵਿਰੋਧ ਕੀਤਾ। ਤੇ ਇਹ ਕਈ ਗੱਲਾਂ ਨਿਕਲਦੀਆਂ ਨੇ, ਇਹ ਕਿਉਂਕਿ ਪਤਾ ਨਹੀਂ ਸਿੱਖਾਂ ਨਾਲ ਕਿਉਂ ਬੈਰ ਹੋ ਰਿਹਾ ਮੁੜ ਤੋਂ ਲੈ ਕੇ। ਸਿੱਖਾਂ ਨੂੰ ਭਾਵੇਂ ਉਹ ਪਤਾ ਲੱਗਣਾ ਚਾਹੀਦਾ ਵੀ ਕਈ ਲੋਕ ਸਿੱਖੀ ਸਰੂਪ ਦੇ ਵਿੱਚ ਵੀ ਤੁਹਾਡੇ 'ਚ ਸ਼ਾਮਲ ਹੋ ਜਾਂਦੇ ਨੇ, ਪਰ ਉਹਨਾਂ ਦੀ ਗਤੀਵਿਧੀਆਂ ਸਾਨੂੰ ਬੜੀਆਂ ਧਿਆਨ ਨਾਲ ਦੇਖਣੀ ਪੈਣੀਆਂ। ਸਰਕਾਰਾਂ ਦੀ ਜਦੋਂ ਇਸ ਤਰ੍ਹਾਂ ਦਖਲ ਅੰਦਾਜ਼ੀ ਹੁੰਦੀ ਆ, ਬਹੁਤ ਘਟੀਆ ਕਿਸਮ ਦੀ ਰਾਜਨੀਤੀ ਆ, ਤੇ ਸਾਨੂੰ ਫਿਰ ਵੀ ਜੇ ਭਾਵੇਂ ਜਿੰਨੀਆਂ ਮਰਜ਼ੀ ਸਰਕਾਰਾਂ ਦਖਲ ਅੰਦਾਜ਼ੀ, ਜੇ ਅਸੀਂ ਇੱਕ ਮੁੱਠ ਇੱਕ ਜੁੱਟ ਆਪਣੇ ਚੰਗੇ ਕਿਰਦਾਰ ਨਾਲ ਇਹਨਾਂ ਦੇਸ਼ਾਂ ਵਿੱਚ ਆਈਏ ਤਾਂ ਇਹਨਾਂ ਨੂੰ ਵੀ ਪਤਾ ਲੱਗਦਾ। ਹੁਣ ਇਹਨਾਂ ਨੂੰ ਵੀ ਇਹਨਾਂ ਦੀ ਏਜੰਸੀਆਂ, ਸੈਂਟਰਲ ਏਜੰਸੀਆਂ ਪਤਾ ਵੀ ਸਿੱਖਾਂ ਨਾਲ ਕੀ ਹੋਇਆ, ਇਤਿਹਾਸ ਕੀ ਵਾਪਰਿਆ, ਉਹ ਸਾਨੂੰ ਏਕਤਾ 'ਚ ਸਾਡੇ ਭੰਗ ਕਰਨ ਦੀ ਉਹਨਾਂ ਦਾ ਯਤਨ ਹਮੇਸ਼ਾ ਰਹੂਗਾ ਤੇ ਭਵਿੱਖ ਵਿੱਚ ਵੀ ਰਹੂਗਾ। ਪਰ ਸਾਨੂੰ ਆਪਣੇ ਆਪ ਨੂੰ ਥੋੜਾ ਜਿਹਾ ਅਲਰਟ, ਸੁਚੇਤ ਹੋਣਾ ਪਵੇਗਾ ਕਿ ਅਸੀਂ ਗੁਰੂ ਸਾਹਿਬ ਦੇ ਮਿਸ਼ਨ, ਗੁਰਬਾਣੀ ਦੇ ਮੈਸੇਜ, ਗੁਰਬਾਣੀ ਦੇ ਉਪਦੇਸ਼ ਦਾ ਸੰਸਾਰ ਵਿੱਚ ਪ੍ਰਚਾਰ ਕਰੀਏ, ਤੇ ਇਹ ਬੜਾ ਭਵਿੱਖ ਵਿੱਚ ਅਸੀਂ ਸਾਰਾ ਲਾਹਾ ਲੈ ਸਕਦੇ ਹਾਂ। ਇਕੱਲੇ ਸਿੱਖ ਨਹੀਂ, ਨਾ ਇਹ ਇਕੱਲਾ ਗੁਰੂ ਗ੍ਰੰਥ ਸਾਹਿਬ ਸਾਡੇ ਸਿੱਖਾਂ ਵਾਸਤੇ ਨਹੀਂ, ਇਹ ਸਮੁੱਚੀ ਮਨੁੱਖਤਾ ਲਈ ਆ। ਅਸੀਂ ਮਨੁੱਖੀ ਅਧਿਕਾਰਾਂ ਦੀ ਖਾਤਰ ਉਵੇਂ ਜੂਝੀਏ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਦਿੰਦੇ ਮਨੁੱਖੀ ਅਧਿਕਾਰਾਂ ਦੀ ਖਾਤਰ। ਤੇ ਇਸ ਤਰ੍ਹਾਂ ਅੱਜ ਜੋ ਮੈਂ ਆ ਰਹੀਆਂ ਬੜੀ ਚੰਗੀਆਂ ਜਥੇਬੰਦੀਆਂ
ਮਨੁੱਖੀ ਅਧਿਕਾਰਾਂ ਦੀ ਖਾਤਰ ਕਰਦੀ ਹੈ, ਲੋੜਵੰਦਾਂ ਦੀ ਮਦਦ ਕਰਦੀ ਹੈ। ਸਾਨੂੰ ਉਸ ਤਰ੍ਹਾਂ ਦੇ ਕੰਮ ਥੋੜ੍ਹੇ ਜਿਹੇ ਕਰਨੇ ਪੈਣਗੇ ਤੇ ਬੱਚਿਆਂ ਨੂੰ ਪ੍ਰੇਰਨਾ ਪਵੇਗਾ ਵੀ ਤੁਸੀਂ ਰਾਜਨੀਤੀ ਵਿੱਚ ਆਓ। ਡਾਕਟਰ ਗਿੱਲ ਸਾਹਿਬ ਜੀ, ਤੁਸੀਂ ਇੱਕ ਚੰਗੇ ਰਾਈਟਰ ਵੀ ਹੋ, ਤੁਸੀਂ ਕਾਫੀ ਬੁੱਕਾਂ ਜਿਹੜੀਆਂ ਲਿਖੀਆਂ ਨੇ ਔਰ ਕਾਫੀ ਵਿਸ਼ਿਆਂ ਤੇ ਤੁਸੀਂ ਜਿਹੜੀ PhD ਆ ਉਹ ਵੀ ਤੁਸੀਂ ਕੀਤੀ ਆ, ਖੋਜ ਤੁਸੀਂ ਕਰ ਰਹੇ ਹੋ, ਇੱਕ ਜਰਨਲਿਸਟ ਵੀ ਹੋ। ਥੋੜਾ ਜਿਹਾ ਤੁਸੀਂ ਆਪਣੇ ਪਿਛੋਕੜ ਬਾਰੇ ਜਾਂ ਤੁਹਾਨੂੰ ਇਹ ਕਿਸ ਤਰ੍ਹਾਂ ਜਿਹੜਾ ਇਹ ਲਿਖਣ ਦਾ ਜਾਂ ਇਹ ਖੋਜ ਕਰਨ ਦਾ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ? ਦੇਖੋ, ਮੈਂ ਵੀ ਆਮ ਸਧਾਰਨ ਲੋਕਾਂ ਵਾਂਗੂ ਵਿਚਰਦਾ ਸੀ। ਡਿਗਰੀਆਂ ਤਾਂ ਲੈ ਲਈਆਂ, ਇੰਡੀਆ ਦੇ ਵਿੱਚ ਮਨੋਰਥ ਹੀ ਹੁੰਦਾ, ਇੱਕ ਡਿਗਰੀ ਕਰ ਲਈ, ਦੂਜੀ ਕਰ ਲਓ, ਨੌਕਰੀ ਲਈ ਭੱਜ ਨੱਠ ਕਰਨੀ ਪੈਂਦੀ ਹੈ। ਚਲੋ 76 ਵਿੱਚ ਜਦੋਂ ਸ਼ਾਦੀ ਦੇ ਵਿਆਹ ਦੇ ਤੌਰ ਤੇ ਮੈਂ ਕੈਨੇਡਾ ਆ ਗਿਆ, ਮੈਨੂੰ ਇੱਥੇ ਸੰਗਤ ਮਿਲ ਗਈ, ਮੈਨੂੰ ਯੂਨੀਵਰਸਿਟੀ ਵਿੱਚ ਜੌਬ ਮਿਲਣ ਕਾਰਨ ਤੇ ਮੈਂ ਆਪਣਾ ਜੋ ਸਾਹਿਤ ਸੀ ਉਹਨੂੰ ਪੜ੍ਹਿਆ, ਇਤਿਹਾਸ ਨੂੰ ਪੜ੍ਹਿਆ ਤੇ ਸਭ ਤੋਂ ਵੱਡੀ ਮੇਰੀ ਹੋ ਗਈ 86 87 ਚ ਗੁਰਬਾਣੀ ਦੀ। ਮੈਂ ਵਿਆਕਰਨ ਗੁਰਬਾਣੀ ਨੂੰ ਕਾਫੀ ਪੜ੍ਹਿਆ, ਗੁਰਬਾਣੀ ਦੇ ਅਰਥਾਂ ਸਮੇਤ, ਤੇ ਉਹਦੇ ਵਿੱਚੋਂ ਬੜਾ ਕੁਝ ਸਿੱਖਿਆ ਤੇ ਕੁਝ ਚੰਗੇ ਵਿਦਵਾਨ ਮਿਲ ਗਏ। ਡਾਕਟਰ ਗੁਰਬਖਸ਼ ਸਿੰਘ ਵਰਗੇ ਮੇਰੇ ਕੋਲ ਰਹੇ 2 ਸਾਲ ਘਰ, ਫਿਰ ਕੁਝ ਸਕਾਲਰਸ ਘਰ ਆਉਣ ਲੱਗੇ ਤੇ ਉਹਨਾਂ ਤੋਂ ਪ੍ਰੇਰਨਾ ਲੈਂਦਾ ਸੀ, ਉਹਨਾਂ ਨਾਲ ਵਿਚਾਰ ਚਰਚਾ ਕਰਦਾ ਸੀ। ਉਸ ਤੋਂ ਬਾਅਦ ਫਿਰ ਮੈਂ ਲਿਖਣ ਦਾ ਜਿਹੜਾ ਹੋਇਆ ਜ਼ਿਆਦਾ, ਜਦੋਂ ਤੁਹਾਡੇ ਕੋਲ ਸਾਹਿਤ ਪੜ੍ਹਦੇ ਹੋ, ਸਾਹਿਤ ਦਾ ਮੁਲਾਂਕਣ ਕਰਦੇ ਹੋ ਤੇ ਤੁਹਾਡੇ ਅੰਦਰ ਪ੍ਰੇਰਨਾ ਹੁੰਦੀ ਆ, ਫਿਰ ਮੈਨੂੰ ਲਿਖਣ ਦੀ ਪ੍ਰੇਰਨਾ ਹੋਈ। ਤੇ ਪਹਿਲਾਂ ਜਦੋਂ ਗੁਰਦੁਆਰੇ ਇੱਥੇ ਸੀਗੇ 20-25 ਗੁਰਦੁਆਰੇ, ਉਹਨਾਂ ਦਾ ਪੇਪਰ ਸੀ ਸਿੱਖ ਸਮਾਚਾਰ, ਉਹਦਾ ਮੈਂ ਸੰਪਾਦਕ ਰਿਹਾ ਤੇ ਉਸ ਤੋਂ ਬਾਅਦ ਹੋਰ ਪੇਪਰਾਂ 'ਚ ਵੀ ਰਿਹਾ। ਹੁਣ ਵੀ ਮੈਂ ਪੰਜਾਬੀ ਪ੍ਰੈਸ ਕਲੱਬ ਦਾ ਮੈਂਬਰ ਹਾਂ। ਪਰ ਮੈਂ ਤਾਂ ਹਰ ਇੱਕ ਬੰਦਾ ਰਾਈਟਰ ਬਣ ਸਕਦਾ, ਹਰ ਇੱਕ ਬੰਦਾ ਪ੍ਰਚਾਰਕ ਬਣ ਸਕਦਾ। ਸਿਰਫ ਗੁਰਬਾਣੀ ਨੂੰ ਅਸੀਂ ਪੜ੍ਹੀਏ, ਗੁਰਬਾਣੀ ਦਾ ਧਿਆਨ ਕਰੀਏ, ਇਹ ਮੈਂ ਹਰ ਇੱਕ ਬੰਦੇ ਨੂੰ ਬੇਨਤੀ ਕਰਾਂਗਾ ਕਿ ਕੋਈ ਔਖਾ ਕੰਮ ਨਹੀਂ। ਜਿੰਨਾ ਕਿ ਚਲੋ ਸਮਰੱਥਾ ਬਖਸ਼ੀ, ਕਿਸੇ ਨੂੰ ਕੋਈ ਵਧੀਆ ਲਿਖ ਸਕਦਾ, ਕੋਈ ਸਾਹਿਤ 'ਚ ਵਧੀਆ ਲਿਖ ਸਕਦਾ, ਕੋਈ ਕਵਿਤਾ ਲਿਖ ਸਕਦਾ। ਅਸੀਂ ਗੁਰਬਾਣੀ ਦਾ ਪਹਿਲਾਂ ਮੁਲਾਂਕਣ ਕਰੀਏ, ਫਿਰ ਇਤਿਹਾਸਿਕ ਪੁਸਤਕਾਂ ਦਾ ਮੁਲਾਂਕਣ ਕਰੀਏ। ਇੱਥੇ ਆ ਕੇ ਮੈਂ ਤੋਜ ਕੇ ਜਹਾਂਗੀਰੀ ਜਾਂ ਆਇਨੀ ਅਕਬਰੀ, ਉਹਨਾਂ ਦੀਆਂ ਆਟੋਬਾਇਓਗ੍ਰਾਫੀਜ਼ ਮੈਂ ਇੱਥੇ ਪੜ੍ਹੀਆਂ ਤੇ ਪਹਿਲਾਂ ਸੁਣਾਈਆਂ ਸੁਣਦੇ ਸੀ ਗੁਰੂ ਅਰਜਨ ਸਾਹਿਬ ਨੂੰ ਕਿਵੇਂ ਸ਼ਹੀਦ ਕੀਤਾ ਗਿਆ। ਇਹ ਫਿਰ ਮੇਰਾ ਵਿਸ਼ਾ ਹੀ ਬਣ ਗਿਆ। ਮੈਂ ਪੜ੍ਹਨ ਤੋਂ ਬਗੈਰ ਰਹਿ ਨਹੀਂ ਸਕਦਾ ਤੇ ਮੈਂ ਲੋਕਾਂ ਨੂੰ ਵੀ ਇਹੀ ਪ੍ਰੇਰਨਾ ਦਿੰਦਾ ਵੀ ਪੜ੍ਹੋ ਤੇ ਤੁਹਾਡੇ ਆਪਣੇ ਆਪ ਨੂੰ ਲੈਸ ਹੋਵੋ ਗਿਆਨ ਨਾਲ। ਸਭ ਤੋਂ ਪਹਿਲੀ ਬੁੱਕ ਤੁਸੀਂ ਕਿਹੜੀ ਲਿਖੀ? ਸਭ ਤੋਂ ਬੁੱਕ ਪਹਿਲੀ ਮੈਂ 1990-91 ਚ ਜਦੋਂ ਮੈਂ ਯੂਨੀਵਰਸਿਟੀ ਨੌਕਰੀ ਸ਼ੁਰੂ ਕੀਤੀ ਤਾਂ ਮੈਨੂੰ ਮਹਿਸੂਸ ਕੀਤਾ ਵੀ ਸਾਡੇ ਸਿੱਖ ਬੱਚਿਆਂ ਦੇ ਨਾਂ ਰੱਖਣ ਲਈ ਕੋਈ ਕਿਤਾਬ ਨਹੀਂ ਸੀ ਤੇ ਹੋਰ ਧਰਮਾਂ ਦੇ, ਕੈਥੋਲਿਕ ਦੇ, ਕ੍ਰਿਸਚਨ ਦੇ, ਇਸਮਾਇਲੀਜ਼, ਮੁਸਲਮਾਨਾਂ ਦੇ ਸੀਗੇ। ਉਹ ਮੈਂ ਮਹਿਸੂਸ ਕੀਤਾ। ਫਿਰ ਸਭ ਤੋਂ ਪਹਿਲੀ ਕਿਤਾਬ ਮੈਂ ਉਹ ਲਿਖੀ, ਬੱਚਿਆਂ ਦਾ ਨਾਮ ਕਿਵੇਂ ਰੱਖਣੇ ਨੇ, ਨਾਮਾਂ ਦਾ ਕੋਸ਼, ਸਿੱਖ ਨਾਮਾਂ ਦਾ ਕੋਸ਼। ਤੇ ਉਸ ਤੋਂ ਬਾਅਦ ਫਿਰ ਇੱਕ ਭਾਈ ਸਾਹਿਬ ਨੂੰ ਗੁਰਦੁਆਰੇ ਚੋਂ ਰੁਕ ਕਰ ਦਿੱਤਾ, ਕੱਢ ਦਿੱਤਾ, ਬੜੇ ਵਿਦਵਾਨ ਗ੍ਰੰਥੀ ਸੀ। ਉਹਨਾਂ ਨੇ ਕਿਤੇ ਸੰਗਰਾਂਦ ਨੂੰ ਪਵਿੱਤਰ ਦਿਹਾੜਾ ਨਾ ਕਿਹਾ ਤੇ ਕਾਰਨ ਹੋਰ ਵੀ ਸੀਗੇ। ਉਹ ਤੇ ਮੈਂ ਲਿਖੀ ਬੁੱਕ ਸੰਗਰਾਂਦ ਪਵਿੱਤਰ ਕਿਉਂ, ਇਹ ਵਿਅੰਗ ਤੌਰ ਤੇ ਸੀ। ਫਿਰ ਮੈਂ ਇਹਦੇ ਬਾਰੇ ਕਾਫੀ ਖੋਜ ਕੀਤੀ ਵੀ ਸੰਗਰਾਂਦ ਜਿਹੜੇ 12 ਮਾਹ, ਇਹਦਾ ਲਿਖਣ ਦੀ ਕਿੱਥੋਂ ਸ਼ੁਰੂ ਹੋਇਆ, ਪਿਰਤ ਕਿੱਥੋਂ ਸ਼ੁਰੂ ਹੋਈ। ਤੇ ਉਸ ਤੋਂ ਬਾਅਦ ਫਿਰ ਕਿਵੇਂ ਸਚਿਆਰਾ ਹੋਈਏ, ਆਦਰਸ਼ਿਕ ਜੀਵਨ ਜੁਗਤੀ ਵੀ ਮਨੁੱਖ ਸੱਚਾ ਕਿਵੇਂ ਬਣ ਸਕਦਾ, ਅਸੀਂ ਸਿਆਣੇ ਕਿਵੇਂ ਬਣੀਏ, ਤੇ ਉਹ ਤੇ ਜੀਵਨ ਜੁਗਤੀਆਂ ਸੀਗੀਆਂ। ਤੇ ਉਹ ਮੇਰੀ ਕਿਤਾਬ ਬੜੀ ਪ੍ਰਚਲਿਤ ਹੋਈ। ਤੇ ਫਿਰ ਉਸ ਤੋਂ ਬਾਅਦ ਮੇਰੀ ਜਿਹੜੀ ਬਾਹਲੀ 2 ਵਾਰੀ ਕਿਤਾਬ ਛਪੀ, ਸਿੰਘ ਬ੍ਰਦਰ ਨੇ ਛਾਪੀ, ਧਾਰਮਿਕ ਸੰਸਕਾਰ ਨਾਲ ਜੁੜੇ ਵਹਿਮ ਤੇ ਭਰਮ, ਤੇ ਉਹਨੂੰ ਮੈਂ ਹੁਣ ਰਿਵਾਈਜ਼ ਕੀਤਾ, ਉਹਦਾ ਸੰਸਕਾਰ ਨਵਾਂ ਆ ਗਿਆ ਤੇ ਉਹਨੂੰ ਸੋਧ ਦਿੱਤਾ ਮੈਂ, ਉਹਦੇ ਵਿੱਚ ਗੱਲਾਂ ਨਵੀਆਂ ਪਾ ਦਿੱਤੀਆਂ। ਤੇ ਚਲੋ ਕਈ ਲੋਕਾਂ ਦੇ ਭਾਵੇਂ ਕਈ ਨਾ ਪਸੰਦ ਕਰਦੇ ਹੋਣਗੇ, ਪਰ ਬਹੁਤ ਲੋਕਾਂ ਨੇ ਇਹ ਕਿਤਾਬਾਂ ਲੈ ਕੇ ਮੇਰੇ ਤੋਂ ਵੰਡੀਆਂ ਲੋਕਾਂ ਨੂੰ ਵਹਿਮਾਂ ਭਰਮ ਵਾਲੀ। ਤੇ ਹੁਣ ਵੀ ਮੇਰਾ ਇਹ ਇਸੇ ਦੇ ਵਿਸ਼ੇ ਤੇ ਆ। ਹੁਣ ਮਾਸ ਬਾਰੇ ਬੜੀ ਟੈਬੂ ਸਾਡੇ, ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਸਾਡੇ ਇੰਨੀ ਵਿਚਾਰ ਚਰਚਾ ਹੁੰਦੀ ਹੈ, ਵਾਦ ਵਿਵਾਦ ਹੁੰਦਾ। ਉਹਦੇ ਬਾਰੇ ਮੈਂ ਪੁਸਤਕ ਲਿਖ ਰਿਹਾ, ਯਹੂਦੀਆਂ ਅੰਦਰ ਕੋਸ਼ਰ ਤੇ ਮੁਸਲਮਾਨਾਂ ਦੇ ਹਲਾਲ। ਤੇ ਇਹ ਕਿਵੇਂ ਆਇਆ, ਇਹ ਮੇਰੀ ਪੁਸਤਕ ਛੇਤੀ ਮੁੱਕਣ ਵਾਲੀ ਹੈ। ਉਸ ਵਿਸ਼ੇ ਤੇ ਮੈਂ ਵਹਿਮ ਭਰਮ ਕਿਵੇਂ, ਰਹਿਤ ਮਰਜ਼ਾਦਾ ਕੀ ਆ ਇਹਦੇ ਬਾਰੇ, ਕਿਉਂ ਇਸ ਤਰ੍ਹਾਂ ਉਲੇਖ ਨਹੀਂ ਹੋਇਆ, ਪੁੱਠਾ ਕੀ ਹੈ, ਇਸ ਤਰ੍ਹਾਂ ਦਾ ਮੇਰਾ ਵਿਸ਼ਾ। ਤੇ ਇਹਦੇ ਮੈਂ ਥੋੜਾ ਜਿਹਾ ਦਲੇਰੀ ਵਰਤ ਕੇ ਲਿਖਣਾ ਪੈਣਾ ਇਹ।
ਤੇ ਗੁਰਬਾਣੀ ਦੇ ਆਧਾਰ ਬਣ ਕੇ, ਸਾਰੀ ਗੁਰਬਾਣੀ ਨੂੰ ਮੈਂ ਆਧਾਰ ਬਣਾਇਆ ਤੇ ਬਾਹਰੋਂ ਨਹੀਂ ਲਿਆ ਸਾਇੰਟੀਫਿਕ ਗੱਲਾਂ ਬਾਅਦ ਚ, ਪਹਿਲੇ ਗੁਰਬਾਣੀ ਨੂੰ ਮੰਨਿਆ ਵੀ ਗੁਰਬਾਣੀ ਕੀ ਆ ਇਸ ਵਿਸ਼ੇ ਤੇ। ਗੁਰੂ ਨਾਨਕ ਸਾਹਿਬ ਦੀ ਮਲਾਰ ਰਾਗ ਦੀ ਬਾਣੀ, ਮਾਸ ਮਾਸ ਕਰ ਮੂੰਹ ਝਗੜੇ, ਇਹ ਤੇ ਮੈਂ ਕਾਫੀ ਹੁਣ ਲਿਖ ਰਿਹਾ। ਬਾਕੀ ਬਿਲਕੁਲ ਡਾਕਟਰ ਸਾਹਿਬ ਟਾਈਮ ਬਿਲਕੁਲ ਥੋੜਾ ਰਹਿ ਗਿਆ, ਤੁਸੀਂ ਜਾਂਦੇ ਜਾਂਦੇ ਮੈਨੂੰ ਇੱਕ ਥੋੜਾ ਜਿਹਾ ਇਹ ਦੱਸ ਦਿਓ ਕਿ ਗੁਰਬਾਣੀ ਜਿਹੜੀ ਵਿਆਕਰਣ ਹੈਗੀ ਆ, ਉਹ ਗੁਰਬਾਣੀ ਕੀ ਉਹਦੇ ਵਾਸਤੇ ਜ਼ਰੂਰੀ ਆ ਵਿਆਕਰਣ ਗੁਰਬਾਣੀ ਵਾਸਤੇ, ਜਾਂ ਕਿ ਨਹੀਂ ਜ਼ਰੂਰੀ? ਇਹਦਾ ਥੋੜਾ ਜਿਹਾ ਮੈਨੂੰ ਦੱਸ ਦਿਓ। ਟਾਈਮ 2 ਮਿੰਟ ਦਾ ਟਾਈਮ ਆਪਣੇ ਕੋਲ ਹੈ। ਦੇਖੋ ਵਿਆਕਰਨ ਨੂੰ ਵੀ ਇਸ ਤਰ੍ਹਾਂ ਨਹੀਂ ਲੈਣਾ ਅਸੀਂ ਵੀ ਕੋਈ ਇਹਨੂੰ, ਪਰ ਕੁਝ ਸ਼ਬਦ ਨੇ, ਕੋਈ ਤਿਹਾਰੀਆਂ ਬਿਹਾਰੀਆਂ ਔਂਕੜ, ਅਸੀਂ ਲੋਕ ਕਦੀ ਵੀ ਕਨਫਿਊਜ਼ ਹੋ ਜਾਂਦੇ ਸੀਗੇ, ਦੁਚਿੱਤੀ ਚ ਹੋ ਜਾਂਦੇ ਸੀ ਵੀ ਇਹਨੂੰ ਬੁਲਾਉਣਾ ਨਹੀਂ ਬੁਲਾਉਣਾ, ਸੱਜਣ ਸੱਚਾ ਪਾਤਸ਼ਾਹੋ, ਇਹ ਉਹ ਘੱਟੋ ਘੱਟ ਇੰਨਾ ਕਿ ਸਾਨੂੰ ਬੇਸਿਕ ਉਹਦੇ ਪਤਾ ਹੋਣੇ ਚਾਹੀਦੇ ਆ ਅਸੂਲ, ਤੇ ਉਹ ਤੁਹਾਡੇ ਲਈ ਅਰਥ ਸਮਝਣ ਚ, ਗੁਰਬਾਣੀ ਪੜ੍ਹਨ ਵਿੱਚ ਤੁਹਾਨੂੰ ਕਾਫੀ ਸਹਾਇਕ ਹੋ ਸਕਦੀ ਹੈ। ਤੇ ਕੋਈ ਬਾਹਲੀ ਵੱਡੀ ਔਖੀ ਗੱਲ ਨਹੀਂ, ਜਿਹੜਾ ਬੰਦਾ ਥੋੜਾ ਬੜਾ ਪੰਜਾਬੀ ਪੜ੍ਹਿਆ ਸੀ, ਪੰਜਾਬੀ ਵਿਆਕਰਨ ਪੜ੍ਹਦੇ ਸੀ, ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਹਦੇ ਨਾਲ ਸਾਨੂੰ ਥੋੜਾ ਅਰਥ ਸਮਝਣ ਵਿੱਚ ਬਹੁਤ ਸੌਖਾਨ ਹੋ ਜਾਂਦਾ। ਤੇ ਇਹ ਵੱਧ ਡਾਕਟਰ ਗਿੱਲ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਜਿਵੇਂ ਜਪਜੀ ਸਾਹਿਬ ਦੇ ਵਿੱਚ ਹੁੰਦਾ ਸੁਣਿਆ, ਅੰਧੇ ਪਾਵੇ ਰਾਹੋ, ਕਈ ਬੋਲ ਦਿੰਦੇ ਆ ਰਾਹੋ, ਲੇਕਿਨ ਉਹ ਰਾਹੋ ਨਹੀਂ ਬੋਲਣ ਵਾਸਤੇ ਹੈ, ਉਹ ਤੇ ਔਂਕੜ ਇਸ ਵਾਸਤੇ ਲਾਇਆ ਗਿਆ ਕਿ ਉਹ ਪੁਲਿੰਗ ਹੈ। ਰਾਹ ਜਿਹੜਾ ਕਦੇ ਵੀ ਇਸਤਰੀ ਲਿੰਗ ਨਹੀਂ ਹੁੰਦਾ, ਰਾਹ ਜਿਹੜਾ ਪੁਲਿੰਗ ਹੈ, ਇਸ ਕਰਕੇ ਉਹਨੂੰ ਦਰਸਾਉਣ ਵਾਸਤੇ ਲਾਇਆ ਗਿਆ ਕਿ ਉਹ ਪੁਲਿੰਗ ਹੈ। ਤੇ ਇਹਨੇ ਜ਼ਰੂਰੀ ਹੈ ਥੋੜਾ ਜਿਹਾ ਬੇਸਿਕ ਜਿਹੜੇ ਟੂਲਸ ਆ ਨਾ ਸਾਨੂੰ ਜ਼ਰੂਰ ਚਾਹੀਦੇ ਨੇ। ਤੇ ਇਹਦੇ ਵਿੱਚ ਜਿਹੜੇ ਸਾਡੇ ਬਾੜੇ ਕਈ ਕਰਮਕਾਂਡੀ ਜਿਹੜੇ ਪ੍ਰਚਾਰਕ ਆ, ਉਹ ਫਿਰ ਉਹਨਾਂ ਦਾ ਅਸੀਂ ਚੰਗਾ ਵਿਚਾਰ ਚਰਚਾ ਕਰ ਸਕਦੇ ਉਹਨਾਂ ਨਾਲ। ਇਸ ਕਰਕੇ ਸਾਨੂੰ ਜ਼ਰੂਰੀ ਆ ਗੁਰਬਾਣੀ ਪੜ੍ਹਨ ਲਈ, ਜਿਵੇਂ ਹੋਰ ਅਸੀਂ ਪੜ੍ਹਦੇ ਹਾਂ, ਇੰਗਲਿਸ਼ ਗ੍ਰਾਮਰ ਵੀ ਸਿੱਖਦੇ ਹਾਂ, ਫ੍ਰੈਂਚ ਸਿੱਖਦੇ ਹਾਂ, ਇਹ ਕੋਈ ਮਾੜੀ ਗੱਲ ਨਹੀਂ ਹੈਗੀ। ਜਿੰਨਾ ਕੁ ਸਿੱਖ ਸਕਦੇ ਉਹਨਾਂ ਕੁ ਸਿੱਖਣਾ ਯਤਨ ਕਰਨਾ ਚਾਹੀਦਾ। ਇਹ ਜਿਹੜੀ ਸਿਹਾਰੀ ਆਪਾਂ ਲਾਈ ਜਾਂਦੀ ਹੈ ਗੁਰਬਾਣੀ ਦੇ ਕਿਸੇ ਅੱਖਰਾਂ ਦੇ ਪਿੱਛੇ ਸਿਹਾਰੀ ਲੱਗੀ ਹੁੰਦੀ ਹੈ, ਕਿ ਬੁਲਾਉਣ ਵਾਸਤੇ ਜਾ ਕੇ ਉਹ ਕੋਈ ਭਾਵ ਸਮਝਾਉਣ ਵਾਸਤੇ ਆ? ਦੇਖੋ ਕਈ ਵਾਰੀ ਤਾਂ ਇਹ ਹੁੰਦੇ ਆ ਜਿਵੇਂ ਪ੍ਰਪੋਜੀਸ਼ਨਾਂ ਦਾ, ਦੇ, ਦੀ, ਤੇ ਕਈ ਵਾਰੀ ਉਹਦੇ ਵਿੱਚ ਇਸਤਰੀ ਲਿੰਗ ਬਣਾਉਣ ਦੀ ਖਾਤਰ, ਜਿਵੇਂ ਕੌਰ ਸ਼ਬਦ ਆ, ਕੌਰ ਅਸੀਂ ਅੱਜ ਲਿਖਣ ਲੱਗ ਗਏ ਆ, ਉਹਨੂੰ ਸਿਹਾਰੀ ਮੁਕਤ ਕਰ ਦਿੱਤਾ। ਉਹ ਜਿਹੜਾ ਸਿਹਾਰੀ ਮੁਕਤ ਸ਼ਬਦ ਆ, ਉਹ ਕੌਰ ਅਰਥ ਰਾਜਕੁਮਾਰ ਆ, ਰਾਜਕੁਮਾਰੀ ਨਹੀਂ ਬਣਦਾ। ਤੇ ਜਿਵੇਂ ਅਸੀਂ ਕਹਿ ਦਿੰਦੇ ਆ, ਉਹ ਮੈਂ ਜਦੋਂ ਪੜ੍ਹਿਆ ਇਹਨੂੰ ਫਿਰ ਪਤਾ ਲੱਗਿਆ ਵੀ ਕੌਰ ਰਾਰੇ ਨੂੰ ਸਿਹਾਰੀ ਚਾਹੀਦੀ ਆ। ਜੇ ਕਿਉਂਕਿ ਤੁਸੀਂ ਬਹੁਤ ਲੋਕਾਂ ਦੇ ਨਾਂ ਦੇਖੇ ਹੋਣਗੇ, ਕੌਰ ਸਿੰਘ, ਫਲਾਣਾ ਸਿੰਘ, ਉਹ ਮੈਨੂੰ ਖਿਆਲ ਨਹੀਂ ਸੀ ਹੁੰਦਾ ਪਹਿਲਾਂ ਵੀ ਜੇ ਰਾਰੇ ਨੂੰ ਸਿਹਾਰੀ ਪਾਵਾਂਗੇ ਤਾਂ ਇਸਤਰੀ ਲਿੰਗ ਬਣੂਗਾ, ਜੇ ਰਾਰੇ ਨੂੰ ਸਿਹਾਰੀ ਨਾ ਪਾਵਾਂਗੇ ਤਾਂ ਉਹ ਪੁਲਿੰਗੀ ਆ। ਤੇ ਇਹ ਪ੍ਰਚਲਿਤ ਹੋ ਗਿਆ, ਕੋਈ ਫਰਕ ਨਹੀਂ ਪੈਂਦਾ। ਪਰ ਸਾਨੂੰ ਗਾਹਾਂ ਨੂੰ ਇਹਦੇ ਮੈਂ ਤਾਂ ਉਦਾਹਰਨ ਦਿੱਤੀ ਹੈ, ਇਸ ਤਰ੍ਹਾਂ ਦੇ ਸਾਨੂੰ ਬਹੁਤ ਗੱਲਾਂ, ਜਿਵੇਂ ਫਤਿਹ ਸ਼ਬਦ ਹੈ, ਇਹਦਾ ਜਿਵੇਂ ਅਸੀਂ ਪਰਸ਼ੀਅਨ ਦਾ ਸ਼ਬਦ ਹੈ, ਇਹਨੂੰ ਅਸੀਂ ਤੱਤੇ ਨੂੰ ਸਿਹਾਰੀ ਪਾਤੀ, ਕਈਆਂ ਨੇ ਤੱਤੇ ਨੂੰ ਲਾਂ ਪਾਤੀ। ਇਹ ਜਿਹੜਾ ਸ਼ਬਦ ਓਰੀਜਨਲ ਹੈ ਫੱਫਾ ਤੱਤਾ ਹਾਹਾ ਤਿੰਨਾਂ ਨਾਲ ਸਰ ਸਕਦਾ, ਉਹਨੂੰ ਫਤਿਹ, ਇਹਨੂੰ ਫਤਿਹ ਨਹੀਂ ਕਿਹਾ ਜਾਂਦਾ ਸੀ, ਇਹਦਾ ਓਰੀਜਨਲ ਉਚਾਰਨ ਫਤਿਹ। ਤੇ ਅਸੀਂ ਇਹ ਬਦਲ ਗਿਆ, ਕੋਈ ਫਰਕ ਨਹੀਂ ਪੈਂਦਾ। ਇਹ ਕਿਉਂਕਿ ਜਿਵੇਂ ਸੱਭਿਆਚਾਰ ਹੌਲੀ ਤਬਦੀਲੀਆਂ ਆਉਂਦੀਆਂ ਰਹਿੰਦੀਆਂ, ਐਵੇਂ ਬੋਲੀਆਂ 'ਚ, ਭਾਸ਼ਾਵਾਂ 'ਚ ਤਬਦੀਲੀ ਆਉਂਦੀ ਹੈ, ਉਚਾਰਨ ਵਿੱਚ ਵੀ। ਤੇ ਇਹ ਸਾਨੂੰ ਫਿਰ ਵੀ ਗ੍ਰਾਮਰ ਵਿਆਕਰਨ ਦਾ ਸਾਨੂੰ ਧਿਆਨ ਜ਼ਰੂਰ ਦੇਣਾ ਪੈਣਾ, ਸਾਡੇ ਲਈ ਬੜੀ ਮਦਦਗਾਰ ਹੋ ਸਕਦੀ ਹੈ। ਅਖੀਰ ਦੇ ਵਿੱਚ ਡਾਕਟਰ ਪੂਰਨ ਸਿੰਘ ਜੀ ਗਿੱਲ ਸਾਹਿਬ, ਸਿੱਖ ਚੈਨਲ ਇਸ ਵੇਲੇ ਵਰਲਡ ਦੇ ਵਿੱਚ ਚੱਲ ਰਿਹਾ, ਕਿ ਥੋੜੇ ਜਿਹੇ ਸ਼ਬਦਾਂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਜਿਹੜਾ ਮੇਰਾ ਸਿੰਪਲ ਤੇ ਸਿੱਧਾ ਉਪਦੇਸ਼ ਜਿਹਨੇ ਸਲਾਹ ਦਊਂਗਾ, ਬੇਨਤੀ ਕਰੂੰਗਾ ਕਿ ਅਸੀਂ ਸਿੱਖ ਦਾ ਅਰਥ ਹੁੰਦਾ ਸਿੱਖਣਾ ਹੀ, ਸ਼ਿਸ਼ ਦਾ ਹੁੰਦਾ ਸਿੱਖੀ ਸਿੱਖਿਆ ਗੁਰ ਵਿਚਾਰ। ਜੇ ਸਿੱਖ ਬਣਨਾ, ਜਿਵੇਂ ਅਸੀਂ ਫੌਜ 'ਚ ਸ਼ਾਮਲ ਹੋਣ ਦੀ ਖਾਤਰ ਟ੍ਰੇਨਿੰਗ ਲੈਣੇ, ਫੇਰ ਹੀ ਫੀਤੀਆਂ ਲੱਗਦੀਆਂ। ਤੇ ਇੱਕ ਜਿਹੜਾ ਪਿੱਛੇ ਚੱਲਦਾ ਸੀ ਵੀ ਅੰਮ੍ਰਿਤ ਛਕੋ, ਨਹੀਂ, ਜਿੰਨੇ ਚਿਰ ਬੰਦਾ ਟ੍ਰੇਨਡ ਨਹੀਂ, ਗੁਰਮਤਿ 'ਚ ਮਾਹਰ ਨਹੀਂ, ਉਹਨਾਂ ਚਿਰ ਆਪਣੇ ਆਪ ਨੂੰ ਜਿਹੜਾ ਪਹੁਲ ਆ ਬੜੀ ਦੁੱਤੀ ਬਖਸ਼ਿਆ ਗੁਰੂ ਦੀ, ਉਦੋਂ ਹੀ ਲੈਣੀ ਚਾਹੀਦੀ ਹੈ। ਤੇ ਗੁਰਬਾਣੀ ਨੂੰ ਪਹਿਲਾਂ ਪੜ੍ਹੀਏ, ਉਹਨੂੰ ਸਮਝੀਏ, ਆਪਦੇ ਆਪ ਨੂੰ ਗੌਰਵ ਤਾਂ ਹੀ ਪੈਦਾ ਹੋਵੇਗਾ, ਗੌਰਵਤਾ ਤਾਂ ਹੀ ਹੋਵੇਗੀ ਜੇ ਅਸੀਂ ਕਹੀਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਹਾਂ, ਜੇ ਪੁੱਛੀਏ ਵਿੱਚ ਲਿਖਿਆ ਕੀ ਹੈ, ਜੇ ਕੋਈ ਬੰਦਾ ਕਹੇ ਮੈਨੂੰ ਨਹੀਂ ਪਤਾ ਕੀ ਲਿਖਿਆ ਹੈ, ਫਿਰ ਅਸੀਂ ਕਹਿੰਦੇ ਬੁੱਤ ਪੂਜਾ। ਗਿੱਲ ਸਾਹਿਬ ਬਹੁਤ ਤੁਹਾਡਾ ਧੰਨਵਾਦ ਕਰਦਾ ਕਿ ਕੋਈ ਟਾਈਮ ਆਪਾਂ ਨੂੰ ਯਾਦ ਨਹੀਂ ਦੇ ਰਿਹਾ। ਸੋ ਸਿੱਖ ਚੈਨਲ ਤੇ ਤੁਹਾਨੂੰ ਲਾਈਵ ਇਸ ਵੇਲੇ ਵੇਖਿਆ ਗਿਆ ਵਾ ਜੀ, ਤੁਹਾਡਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ। ਤੁਸੀਂ 2-3 ਵਿਸ਼ਿਆਂ ਦੀਆਂ ਜਾਣਕਾਰੀਆਂ ਜਿਹੜੀਆਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ,
ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਤੁਹਾਡਾ ਵੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।